हाँ जी स्टूडेंट्स वेलकम करते हैं ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ BA ਸਮੈਸਟਰ ਫਸਟ ਦੇ ਲਈ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਕਿ ਸ਼ਾਰਟ ਕੁਐਸਚਨ ਆਨਸਰ ਲੈ ਕੇ ਆਏ ਹਾਂ। ਜਿਵੇਂ ਤੁਹਾਨੂੰ ਪਤਾ ਹੈ ਕਿ 9 ਕੁਐਸਚਨ ਆਉਣੇ ਨੇ ਤੁਹਾਨੂੰ ਸ਼ਾਰਟ ਤੇ 3 ਮਾਰਕਸ ਦੇ ਰੈਗੂਲਰ ਵਾਲੇ ਬੱਚਿਆਂ ਨੂੰ, ਤੇ ਜਿਹੜੇ ਪ੍ਰਾਈਵੇਟ ਔਰ ਡਿਸਟੈਂਸ ਐਜੂਕੇਸ਼ਨ ਵਾਲੇ ਉਹਨਾਂ ਨੂੰ ਜਿਹੜੇ ਕਿ 4 ਮਾਰਕਸ ਦੇ ਆਉਣਗੇ। ਠੀਕ ਹੈ, ਸੋ 9 ਦੇ 9 ਕੁਐਸਚਨ ਕਰਨੇ ਹੋਣਗੇ, ਇਹਨਾਂ 'ਚ ਕੋਈ ਚੁਆਇਸ ਨਹੀਂ ਹੋਊਗੀ। ਸੋ ਇਹੀ ਆਪਾਂ ਜਿਹੜੇ ਕਿ ਸ਼ਾਰਟ ਕੁਐਸਚਨਸ ਇਸ ਵੀਡੀਓ 'ਚ ਕਰਾਂਗੇ। ਵੀਡੀਓ ਐਂਡ ਤੱਕ ਦੇਖਣਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ। ਤੇ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਤੇ ਪਾਸਿੰਗ ਫਾਰਮੂਲਾ ਆਲਰੇਡੀ ਆਪਾਂ ਅਪਲੋਡ ਕਰ ਚੁੱਕੇ ਹਾਂ। ਅਗਰ ਤੁਸੀਂ ਨਹੀਂ ਦੇਖਿਆ ਤਾਂ ਉਹਨੂੰ ਜ਼ਰੂਰ ਵਾਚ ਕਰੋ ਵੀਡੀਓ ਨੂੰ। ਹਾਂਜੀ, ਇਸ ਦੇ ਵਿੱਚ ਫਸਟ ਕੁਐਸਚਨ ਆਪਣਾ ਪ੍ਰਸ਼ਾਸਨ ਸ਼ਬਦ ਦੀ ਉਤਪਤੀ ਕਿਵੇਂ ਹੋਈ। ਤਾਂ ਪ੍ਰਸ਼ਾਸਨ ਅੰਗਰੇਜ਼ੀ ਦਾ ਜਿਹੜਾ ਸ਼ਬਦ ਹੈ ਐਡਮਿਨਿਸਟ੍ਰੇਸ਼ਨ ਦਾ ਪੰਜਾਬੀ ਰੂਪਾਂਤਰ ਹੈ। ਭਾਵ ਕਿ ਪ੍ਰਸ਼ਾਸਨ ਸ਼ਬਦ ਅੰਗਰੇਜ਼ੀ ਦੇ ਸ਼ਬਦ ਐਡਮਿਨਿਸਟ੍ਰੇਸ਼ਨ ਦਾ ਹੀ ਸ਼ਬਦ ਹੈ। ਠੀਕ ਹੈ, ਤੇ ਐਡਮਿਨਿਸਟ੍ਰੇਸ਼ਨ ਸ਼ਬਦ ਲੈਟਿਨ ਭਾਸ਼ਾ ਦੇ ਸ਼ਬਦ ਦੋ ਜਿਹੜੇ ਸ਼ਬਦ ਸੀ ਲੈਟਿਨ ਭਾਸ਼ਾ ਦੇ, ਉਹਨਾਂ ਤੋਂ ਬਣਿਆ ਐਡਮਿਨਿਸਟ੍ਰੇਸ਼ਨ। ਦੋ ਸ਼ਬਦ ਕਿਹੜੇ ਸੀ, ਐਡ ਤੇ ਮੈਨਿਸਟ੍ਰੇਟ। ਠੀਕ ਹੈ, ਇਹਨਾਂ ਤੋਂ ਬਣਿਆ, ਜਿਸ ਦਾ ਅਰਥ ਕੀ ਹੈ, ਸੇਵਾ ਕਰਨਾ ਜਾਂ ਪ੍ਰਬੰਧ ਕਰਨਾ। ਤੇ ਇਨਸਾਈਕਲੋਪੀਡੀਆ ਦੇ ਅਨੁਸਾਰ ਬ੍ਰਿਟੈਨਿਕਾ ਵਿੱਚ ਪ੍ਰਸ਼ਾਸਨ ਦਾ ਅਰਥ ਇਸ ਤਰ੍ਹਾਂ ਕਹਿ ਲਿਆ ਗਿਆ ਕਿ ਇਹ ਕਾਰਜਾਂ ਦੇ ਪ੍ਰਬੰਧ ਜਾਂ ਉਹਨਾਂ ਨੂੰ ਪੂਰਾ ਕਰਨ ਦੀ ਇੱਕ ਕਿਰਿਆ ਹੈ। ਭਾਵ ਕਿ ਆਪਾਂ ਕਹਿ ਸਕਦੇ ਹਾਂ ਕਿ ਐਡਮਿਨਿਸਟ੍ਰੇਸ਼ਨ ਦਾ ਭਾਵ ਕੀ ਹੈ, ਵੀ ਸੇਵਾ ਕਰਨਾ ਜਾਂ ਪ੍ਰਬੰਧ ਕਰਨਾ। ਤੇ ਇਸ ਤਰ੍ਹਾਂ ਇਹਦੇ ਵਿੱਚ ਜਿਹੜੇ ਕਿ ਇਹਦਾ ਅਰਥ ਕੀ ਹੈ, ਲੋਕਾਂ ਦੀ ਸੇਵਾ ਕਰਨਾ ਜਾਂ ਲੋਕਾਂ ਦੀ ਦੇਖਭਾਲ ਕਰਨਾ ਜਾਂ ਕਾਰਜਾਂ ਦਾ ਪ੍ਰਬੰਧ ਕਰਨਾ। ਤੇ ਇਹਦੇ ਵਿੱਚੋਂ ਪਰਿਭਾਸ਼ਾ ਤੁਸੀਂ ਕਿਸੇ ਵੀ ਰਾਈਟਰ ਦੇ ਜਿਹੜੇ ਕਿ 2 ਯਾਦ ਕਰ ਲੈਣੇ ਨੇ ਜੋ ਤੁਹਾਨੂੰ ਠੀਕ ਲੱਗਣ। ਤੇ ਲੋਕ ਪ੍ਰਸ਼ਾਸਨ, ਇਹਦੀਆਂ ਵੀ ਪਰਿਭਾਸ਼ਾਵਾਂ ਕਿਸੇ ਵੀ 2 ਰਾਈਟਰ ਦੇ ਜਿਹੜੇ ਤੁਹਾਨੂੰ ਠੀਕ ਲੱਗਦੀਆਂ ਹੁਣ ਉਹ ਤੁਸੀਂ ਯਾਦ ਕਰ ਲੈਣੇ ਨੇ। ਜਿਵੇਂ ਕਿ ਇਹਦੇ ਵਿੱਚ ਜਿਹੜੇ ਕਿ ਪ੍ਰੋਫੈਸਰ LD ਵਾਈਟ, ਇਹ ਵੀ ਠੀਕ ਹੈ, ਇਹਦੇ ਅਕੋਰਡਿੰਗ ਵੀ ਠੀਕ ਹੈ। ਲੋਕ ਪ੍ਰਸ਼ਾਸਨ ਉਹ ਸਾਰੇ ਕੰਮ ਸ਼ਾਮਲ ਨੇ ਜਿਨ੍ਹਾਂ ਦਾ ਉਦੇਸ਼ ਜਾਇਜ਼ ਸੱਤਾ ਰਾਹੀਂ ਨਿਰਧਾਰਿਤ ਨੀਤੀਆਂ ਨੂੰ ਪੂਰਾ ਕਰਨਾ ਜਾਂ ਲਾਗੂ ਕਰਨਾ। ਠੀਕ ਹੈ, ਜਾਂ ਇਹ ਵੀ ਠੀਕ ਹੈ। ਠੀਕ ਹੈ, ਜਾਂ ਵਾਲਡੋ। ਠੀਕ ਹੈ, ਇਹਨਾਂ 'ਚ ਜਿਹੜੇ ਵੀ ਤੁਹਾਨੂੰ ਠੀਕ ਲੱਗਣ ਕੋਈ 2 ਕਰ ਲੈਣੇ ਨੇ। ਤੇ ਲੋਕ ਪ੍ਰਬੰਧ ਦੇ ਸਰੂਪ ਦਾ ਵਰਣਨ ਕਰੋ। ਹਾਂਜੀ, ਇਹਦਾ ਸਰੂਪ ਭਾਵ ਕੀ, ਪ੍ਰਕਿਰਤੀ। ਠੀਕ ਹੈ, ਸਰੂਪ ਪ੍ਰਕਿਰਤੀ ਇੱਕੋ ਗੱਲ ਹੋ ਗਈ। ਸਰੂਪ ਪ੍ਰਕਿਰਤੀ ਨੇਚਰ। ਠੀਕ ਹੈ, ਨੇਚਰ ਇਹਦੇ ਵਿੱਚ ਕੀ ਹੈ, ਇਕਾਤਮਕ ਵਿਚਾਰ ਦੇ ਅਨੁਸਾਰ ਲੋਕ ਪ੍ਰਸ਼ਾਸਨ ਦੇ ਵਿੱਚ ਸਾਰੀਆਂ ਕਾਰਜ ਵਿਧੀਆਂ ਸ਼ਾਮਲ ਨੇ ਜੋ ਕਿਸੇ ਮਕਸਦ ਨੂੰ ਪੂਰਾ ਕਰਨ ਦੇ ਲਈ ਤੇ ਨੀਤੀਆਂ ਨੂੰ ਲਾਗੂ ਕਰਨ ਦੇ ਲਈ ਕੀਤੇ ਜਾਂਦੇ ਨੇ। ਭਾਵ ਕਿ ਲੋਕ ਪ੍ਰਸ਼ਾਸਨ ਦੇ ਵਿੱਚ ਉਹ ਸਾਰੀਆਂ ਕਾਰਜ ਵਿਧੀਆਂ ਨੇ ਜੋ ਕਿਸੇ ਨੀਤੀ ਨੂੰ ਲਾਗੂ ਕਰਨ ਲਈ ਜਾਂ ਕਿਸੇ ਮਕਸਦ ਨੂੰ ਪੂਰਾ ਕਰਨ ਲਈ ਕੀਤੇ ਜਾਂਦੇ ਨੇ। ਤੇ ਇਸ ਦੇ ਵਿੱਚ ਚਪੜਾਸੀ, ਚੌਕੀਦਾਰ, ਕਲਰਕ, ਮੈਨੇਜਰ, ਨਿਰਦੇਸ਼ਕ ਸ਼ਾਮਲ ਹੁੰਦੇ ਨੇ ਇਕਾਤਮਕ ਵਿਚਾਰ ਦੇ ਵਿੱਚ। ਤੇ ਪ੍ਰਬੰਧਕੀ ਵਿਚਾਰਧਾਰਾ ਦੇ ਵਿੱਚ ਪ੍ਰਸ਼ਾਸਨ ਵਿੱਚ ਕੇਵਲ ਉਹਨਾਂ ਵਿਅਕਤੀ ਨੂੰ ਹੀ ਸ਼ਾਮਲ ਕੀਤਾ ਜਾਂਦਾ ਜੋ ਪ੍ਰਬੰਧ ਕਰਨ ਲਈ ਕਾਰਵਾਈਆਂ ਦੇ ਵਿੱਚ ਹਿੱਸਾ ਕਰਦੇ ਨੇ। ਜੋ ਭਾਵ ਕਿ ਆਪਾਂ ਨੇ ਕੋਈ ਮੈਨੇਜ ਕਰਨਾ, ਕੋਈ ਪ੍ਰਬੰਧ ਕਰਨਾ, ਉਹਦੇ ਵਿੱਚ ਜਿਹੜੇ ਕਾਰਵਾਈਆਂ ਹੁੰਦੀਆਂ ਨੇ, ਠੀਕ ਹੈ, ਉਹਨਾਂ ਕਿਰਿਆਵਾਂ ਦੇ ਵਿੱਚ ਲੱਗੇ ਰਹਿੰਦੇ ਨੇ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਪ੍ਰਬੰਧਕੀ ਵਿਚਾਰਧਾਰਾ। ਤੇ ਇਹ ਵਿਅਕਤੀ ਉਹ ਹੁੰਦੇ ਨੇ ਜੋ ਸ਼ਾਸਨ ਨੂੰ ਕੁਸ਼ਲਤਾ ਨਾਲ ਚਲਾਉਣ ਲਈ ਨਿਯਮ ਦਾ ਨਿਰਮਾਣ ਕਰਦੇ ਨੇ। ਅੱਗੇ ਹੈਗਾ ਲੋਕ ਪ੍ਰਸ਼ਾਸਨ ਦੀ ਪ੍ਰਕਿਰਤੀ ਨਾਲ ਸੰਬੰਧਿਤ 2 ਵਿਚਾਰਧਾਰਾਵਾਂ ਲਿਖਣੀਆਂ ਨੇ। ਤਾਂ ਇਹਦੇ ਵਿੱਚ ਲੋਕ ਪ੍ਰਸ਼ਾਸਨ ਦੇ ਵਿਸ਼ੇ ਵਿੱਚ ਵਿਦਵਾਨਾਂ ਦੇ ਅਲੱਗ-ਅਲੱਗ ਵਿਚਾਰ ਨੇ। ਵਿਦਵਾਨਾਂ ਦੇ ਵਿੱਚ ਇਸ ਗੱਲ ਤੇ ਜਿਹੜੇ ਕਿ ਮਤਭੇਦ ਇਸ ਗੱਲ ਉੱਤੇ ਕੇਂਦਰਿਤ ਹੈ ਕਿ ਲੋਕ ਪ੍ਰਸ਼ਾਸਨ ਪ੍ਰਬੰਧਕੀ ਕਿਰਿਆਵਾਂ ਨਾਲ ਸੰਬੰਧਿਤ ਹੈ ਜਾਂ ਸ਼ਾਸਨ ਦੀਆਂ ਸਾਰੀਆਂ ਕਿਰਿਆਵਾਂ ਨਾਲ, ਅਤੇ ਕੀ ਪ੍ਰਸ਼ਾਸਨ ਸਰਕਾਰ ਦੀ ਕਾਰਜਕਾਰਨੀ ਨਾਲ ਸੰਬੰਧਿਤ ਹੈ ਜਾਂ ਸਰਕਾਰ ਦੇ 3 ਅੰਗਾਂ ਨਾਲ ਸੰਬੰਧਿਤ ਹੈ। ਤੇ ਲੋਕ ਪ੍ਰਸ਼ਾਸਨ ਦੇ ਵਿਸ਼ਾ ਖੇਤਰ ਸੰਬੰਧ ਵਿੱਚ 3 ਕਿਸਮਾਂ ਵਿਚਾਰਧਾਰਾ ਪ੍ਰਚਲਿਤ ਹੈ। 3 ਕਿਸਮਾਂ ਦੀਆਂ, ਪੋਜ਼ਡ ਕਾਰਬ ਵਿਚਾਰਧਾਰਾ, ਪੋਜ਼ਡ ਕਾਰਬ ਵਿਚਾਰਧਾਰਾ, ਵਿਸ਼ਾ ਵਸਤੂ ਨਾਲ ਸੰਬੰਧਿਤ ਵਿਚਾਰਧਾਰਾ, ਸਮਾਜ ਸ਼ਾਸਤਰੀ ਤੇ ਮਨੋਵਿਗਿਆਨਿਕ ਵਿਚਾਰਧਾਰਾ। ਤੇ ਅੱਗੇ ਹੈ ਕਿ ਇਹ ਵਾਲੀ, ਠੀਕ ਹੈ, ਪੋਜ਼ਡ ਗਾਰਬ ਵਿਚਾਰਧਾਰਾ ਜਦ ਲੋਕ ਪ੍ਰਸ਼ਾਸਨ ਦੇ ਖੇਤਰ ਦੇ ਸੰਬੰਧ ਵਿੱਚ ਲੂਥਰ ਗੁਲਿਕ ਦੇ ਕੀ ਵਿਚਾਰ ਨੇ। ਹਾਂਜੀ, ਪੋਸਟ ਗਾਰਬ ਵਿਚਾਰਧਾਰਾ ਦੇ ਸਮਰਥਕ ਅਨੁਸਾਰ ਜਿਹੜੇ ਪ੍ਰਸ਼ਾਸਨ ਸਿਰਫ ਪ੍ਰਬੰਧਕੀ ਕੰਮਾਂ ਦਾ ਹੀ ਮੇਲ ਆ, ਵੀ ਪ੍ਰਸ਼ਾਸਨ ਕੀ ਆ ਜਿਹਦੇ ਵਿੱਚ ਸਿਰਫ ਤੋਂ ਸਿਰਫ ਪ੍ਰਬੰਧਕੀ ਕੰਮ ਹੋਣ, ਉਹਨਾਂ ਦਾ ਹੀ ਮੇਲ ਹੈ। ਤੇ ਇਸ ਵਿਚਾਰਧਾਰਾ ਦੇ ਸਮਰਥਕ ਆ ਜਿਹੜੇ ਕਿ ਲੋਕ ਪ੍ਰਸ਼ਾਸਨ ਦਾ ਤੰਗ ਖੇਤਰ ਲਿਆ। ਇਹਦੇ ਵਿੱਚ ਭਾਵ ਕਿ ਸਿਰਫ ਇਹ ਕੀ ਕਹਿੰਦੇ ਨੇ ਕਿ ਇਹਦਾ ਘੇਰਾ ਵਿਸ਼ਾਲ ਨਹੀਂ ਹੈਗਾ, ਬਲਕਿ ਇਹਦਾ ਘੇਰਾ ਤੰਗ ਆ। ਉਹ ਸਿਰਫ ਕਿਹਦੇ ਨਾਲ ਸੰਬੰਧਿਤ ਆ, ਸਿਰਫ ਤੋਂ ਸਿਰਫ ਪ੍ਰਬੰਧਕੀ ਕੰਮਾਂ ਦੇ ਨਾਲ ਸੰਬੰਧਿਤ ਆ। ਤੇ ਲੂਥਰ ਗੁਲਿਕ ਦੇ ਪ੍ਰਸ਼ਾਸਨ ਦੇ ਵਿਸ਼ੇ ਦੇ ਖੇਤਰ ਦੇ ਵਿੱਚ ਵਰਣਨ ਪੋਸਟ ਕਾਰਬ ਦੇ ਸ਼ਬਦ ਦੇ ਹਰੇਕ ਅੱਖਰ ਦੁਆਰਾ ਦਿੱਤਾ ਗਿਆ। ਪੋਸਟ ਗਾਰਬ ਵਿਚਾਰਧਾਰਾ ਦੇ ਸਮਰਥਕ ਅਨੁਸਾਰ ਨਿਯੋਜਨ, ਸੰਗਠਨ, ਕਰਮਚਾਰੀ ਦੀ ਵਿਵਸਥਾ, ਨਿਰਦੇਸ਼ਨ, ਤਾਲਮੇਲ, ਰਿਪੋਰਟ, ਬਜਟ ਤਿਆਰ ਕਰਨਾ, ਇਹ ਸਾਰੇ ਇਹਦੇ ਜਿਹੜੇ ਕਿ ਮੂਲ ਤੱਤ ਨੇ ਪ੍ਰਸ਼ਾਸਨ ਦੇ। ਠੀਕ ਹੈ, ਅੱਗੇ ਹੈਗਾ ਪੋਸਟ ਗਾਰਬ, ਇਹਦੀ ਵਿਆਖਿਆ ਕਰਨੇ ਆ। ਦੇਖੋ, ਜਿਵੇਂ P ਫੋਰ ਪਲੈਨਿੰਗ, O ਫੋਰ ਆਰਗੇਨਾਈਜੇਸ਼ਨ,
एस फॉर स्टाफिंग, डी फॉर डायरैक्शन, CO कोआर्डीनेटर, ठीक है कोआर्डीनेटर, R फॉर रिपोर्टिंग तो अगे है B फॉर बजटिंग। सो ये अगे इन्हां दी व्याख्या तुसीं इहनूं लर्न कर लेना, ठीक है। तो अगला हैगा क्वेश्चन अगे आपां देखदे हां, इहदे विच दोष है तुसीं रीड कर लेना, ठीक है। हाँ जी, इहदा खेतर खेतर दे विच लोक प्रशासन के खेतर दे विच खेतर भाव कि जिहड़े कि इहदा स्कोप, हाँ जी, लोक प्रशासन विच कार्यपालिका की क्रियाशीलता का अध्ययन किया जाता। लोक प्रशासन का संबंध सरकार के की ते किवें नाल संबंधित है, भी सरकार की है तो किवें इह काम करदी है इहदे नाल संबंधित है। तो लोक प्रशासन का संबंध संगठन ते कर्मचारियों की समस्याओं नाल। तो लोक प्रशासन दे विच बजट वित्ती ये समस्या का अध्ययन किया जाता। लोक प्रशासन विच मनुक्खां दा अध्ययन किया जाता। ये तुहानूं लॉन्ग क्वेश्चन लई भी इंपॉर्टेंट है, ठीक है। लोक प्रशासन का खेतर तो यदा स्कोप हो गया, खेतर नेचर के स्वरूप, ठीक है। तो लोकतंत्र विच लोक प्रशासन की महत्ता, की इंपॉर्टेंस, की लाभ है, ठीक है। हाँ जी, भारत जहे विकासशील देशों के विच मनुख अपने जीवन के सारे कारजां लई प्रशासन पर निर्भर करता, प्रशासन पर डिपेंड रहिंदा। जन्म तो लैके मौत तक जिहड़े भी सारे जरूरी जरूरतां ने उन्हां दी पूर्ति जिहड़ी कि प्रशासन करता। तो बिजली, पानी, सफाई, मनुख दीयां लोड़ां प्रशासन द्वारा ही पूरे किए जाते हैं। तो आप कह सकते कि लोक प्रशासन जरूरी है। तो भारत जिहे विकासशील देशों के विच लोक प्रशासन देश के आर्थिक विकास विच एक जंतर के रूप के काम करता। तो लोक प्रशासन उत्पादन वंड उत्ते कंट्रोल रख के लोगों की आर्थिक दिशा में सुधारन का यतन करता। तो आधुनिक युग के विच उद्योगीकरण, शहरीकरण के कारण बहुत सारे समस्यावां उभर के सामने आईयां ने। व्यक्ति नूं शोषित करन के मौके ज़्यादा वध गए हैं। तो राज के सारे वर्गों के हितों की रक्षा राज की जिम्मेवारी मनी जाएगी। तो योजनावां की सफलता लई लोक प्रशासन का प्रजातंत्र दे विच बहुत महत्व है। अगे है लोक प्रशासन के स्वरूप की प्रबंधकी दृष्टि की है। हाँ जी, लोक प्रशासन की प्रबंधात्मक विचारता के अनुसार प्रशासन के विच केवल प्रबंध करन वाली क्रिया ही शामिल की जाती है, ठीक है। क्योंकि प्रबंध करने वाली क्रिया ही एक अजिही क्रिया जो बाकी सारे क्रियावां नूं एक एकता के सूत्र दे विच परो के रखती है, तो उन्हां ते कंट्रोल रखती है, ठीक है। प्रबंधकी दृष्टि तो उन्होंने इस तरह संचालित करती है कि जिस नाल उन्हां दी इकरूपता नूं इक्को रूप नूं जिहड़ी कि कायम रखा जाए। तो जद असीं आम बोल चाल दे विच प्रशासन शब्द का प्रयोग करते हैं तो इहदा संबंध शब्द तो इसका शब्द चपड़ासी जां क्लर्क ना होकर मैनेजर जो उस व्यक्ति नाल हुंदा जो अपने विभाग के सारे कामां ते कंट्रोल रखता, ठीक है। अगला हैगा प्रशासन किन्ने तरह का, प्रशासन दो तरह का होंदा, एक लोक प्रशासन ते दूजा निजी प्रशासन, ठीक है। तो जद व्यक्ति द्वारा प्रशासन अपने हित के लिए किया जाता वह हुंदा जिहड़ा कि निजी प्रशासन। जद प्रशासन सरकार द्वारा किया जाता हुंदा तो हुंदा लोक प्रशासन। जिवें जे आपां घर दे विच कोई हुक्म करते हैं, ठीक है, किसी नूं अपना भी अपना ऑर्डर कोई मन्ने तो हो गया निजी प्रशासन, ठीक है। जदों कोई वैसे पब्लिक दे विच काम हुंदा तां ओह होऊगा जिहड़े कि लोक प्रशासन। अगे है लोक प्रशासन ते निजी प्रशासन दे विच समानतावां की ने। तां इन्हां दे विच समानता लोक प्रशासन ते निजी प्रशासन दे विच जिस कौशल की लोड़ हुंदी है बहुत कुछ बराबर है। उदाहरण लई अज डॉक्टर निजी हॉस्पिटल दे विच काम करदा तां कल सरकारी हॉस्पिटल दे विच काम करेगा, क्योंकि डॉक्टर किसी भी हॉस्पिटल दे विच होवे इक्को जिहे कौशल दे विच दी वरतों करूगा, भाव कि इक्को स्किल की वरतों करूगा, चाहे वह निजी तौर पर अपना काम कर रहा है चाहे वह जिहड़े कि पब्लिक सैक्टर दे विच काम कर रहा है, ठीक है, उसकी स्किल इक्को होगी। अगे है लोक प्रशासन ते व्यक्तिगत प्रशासन दोहां दे विच प्रबंधकी तकनीकां पाई जांदियां ने। हिसाब किताब रखण दी पद्धति, फाइलिंग, रिपोर्टिंग, दफ्तरी प्रबंध, अंकड़े उपलब्ध ये सारा करवाना। तो दोनों प्रशासन ये महसूस करते हैं कि उन्हां दे खेतर दे विच सुधार दा काफ़ी खेतर है, ठीक है। इसलिए दोनों ही प्रशासन नवीं खोजां राहीं नਵੇਂ सिद्धांत ते विधियां दे खोजां दे विच लगे रहंदे ने ते शासन की कुशलता नूं वधाया जा सके। दोनों प्रशासन पदोन्नति की व्यवस्था अपनाते हैं। दोनों प्रशासन विच भिन्न पद्धर के कर्मचारी नियुक्त किए जाते हैं जिन्हों के काम ते जिवें भाव कि जे आपां निजी प्रशासन सपोज तुसीं किसी कंपनी दे विच काम कर रहे हो, तुसीं उहदे बॉस हो, तो तुसीं जिस तरीके नाल अपना सारा काम करोगे उहदे विच रिपोर्टिंग भी होगी, तुहाडी दफ्तरी प्रबंध भी तुसीं देखोगे, सारा कुछ देखोगे जिवें जे कि लोक प्रशासन दे विच हुंदा उही इहदे विच सारा कुछ करना, ठीक है। इन्हां दे विच अंतर की है जां इन्हां च अंतर आपां ने समानतावां देखियां सी, हुण इन्हां च अंतर भाव की फर्क, ठीक है, भी की फर्क है की डिफरेंट है इन्हां दे विच डिफरेंट की है। लोक प्रशासन का खेतर निजी प्रशासन की अपेक्षा
ਵੱਧ ਵਿਆਪਕ ਹੁੰਦਾ, ਭਾਵ ਕਿ ਲੋਕ ਪ੍ਰਸ਼ਾਸਨ ਦਾ ਖੇਤਰ ਨਿੱਜੀ ਪ੍ਰਸ਼ਾਸਨ ਦੇ ਨਾਲੋਂ ਵੱਡਾ ਹੁੰਦਾ, ਵਿਆਪਕ ਹੁੰਦਾ। ਲੋਕ ਪ੍ਰਸ਼ਾਸਨ ਦਾ ਘੇਰਾ ਵੱਡਾ ਹੁੰਦਾ, ਜਦ ਕਿ ਨਿੱਜੀ ਖੇਤਰ ਦਾ ਜਿਹੜੇ ਕਿ ਨਿੱਜੀ ਪ੍ਰਸ਼ਾਸਨ ਦਾ ਥੋੜ੍ਹਾ ਹੋਗਾ। ਲੋਕ ਪ੍ਰਸ਼ਾਸਨ ਦਾ ਸੰਬੰਧ ਵੱਡੇ ਵੱਡੇ ਸੰਗਠਨਾਂ ਜਿਵੇਂ ਰੇਲਵੇ, ਡਾਕਤਾਰ, ਇਹਨਾਂ ਸਾਰਿਆਂ ਨਾਲ ਹੁੰਦਾ, ਪੁਲਿਸ, ਸੈਨਾ ਨਾਲ ਹੁੰਦਾ, ਜਦ ਕਿ ਨਿੱਜੀ ਦਾ ਆਮ ਛੋਟੇ ਛੋਟੇ ਸੰਗਠਨਾਂ ਨਾਲ ਹੁੰਦਾ। ਨਿੱਜੀ ਪ੍ਰਸ਼ਾਸਨ ਦਾ ਉਦੇਸ਼ ਕੀ ਹੁੰਦਾ? ਲਾਭ ਕਮਾਉਣਾ, ਜਦ ਕਿ ਲੋਕ ਪ੍ਰਸ਼ਾਸਨ ਦਾ ਉਦੇਸ਼ ਕੀ ਹੁੰਦਾ? ਸੇਵਾ ਕਰਨਾ। ਠੀਕ ਹੈ। ਅਗਲਾ ਹੈਗਾ ਲੋਕ ਪ੍ਰਸ਼ਾਸਨ ਆਪਣੇ ਕਾਰਜਾਂ ਤੇ ਨੀਤੀਆਂ ਲਈ ਲੋਕਾਂ ਪ੍ਰਤੀ ਉੱਤਰਦਾਈ ਹੁੰਦੇ ਨੇ, ਜਦ ਕਿ ਨਿੱਜੀ ਪ੍ਰਸ਼ਾਸਨ ਲੋਕਾਂ ਪ੍ਰਤੀ ਉੱਤਰਦਾਈ ਹੁੰਦਾ, ਖੁਦ ਜ਼ਿੰਮੇਵਾਰ ਹੁੰਦਾ ਆਪਣੀ ਸਾਰੀ ਕਾਰਵਾਈ ਲਈ। ਲੋਕ ਪ੍ਰਸ਼ਾਸਨ ਬਾਹਰੀ ਵਿੱਤੀ ਕੰਟਰੋਲ ਦਾ ਨਿਯੰਤਰਣ ਰੱਖਦਾ, ਜਦ ਕਿ ਨਿੱਜੀ ਪ੍ਰਸ਼ਾਸਨ ਬਾਹਰੀ ਨੀਤੀ ਕੰਟਰੋਲ ਨਹੀਂ ਰੱਖਦਾ। ਅੱਗੇ ਹੈ ਸਾਈਮਨ ਵੱਲੋਂ ਪ੍ਰਸਤੁਤ ਲੋਕ ਤੇ ਨਿੱਜੀ ਪ੍ਰਸ਼ਾਸਨ ਦੇ ਵਿੱਚ ਤਿੰਨ ਭਿੰਨਤਾਵਾਂ ਰਾਈਟਰ ਦੇ ਅਕੋਰਡਿੰਗ ਪੁੱਛੀਆਂ, ਤੁਸੀਂ ਰੀਡ ਕਰ ਲੈਣੀਆਂ ਨੇ। ਠੀਕ ਹੈ। ਨੈਕਸਟ ਹੈਗਾ ਲੋਕ ਪ੍ਰਸ਼ਾਸਨ ਵਿਗਿਆਨ ਨਹੀਂ ਹੈ। ਠੀਕ ਹੈ। ਇਹਦੇ ਵਿੱਚ ਤਰਕ ਦੇਣੇ ਨੇ ਵੀ ਈਜ਼ੀ ਹੈ, ਤੁਸੀਂ ਆਰਾਮ ਨਾਲ ਪੜ੍ਹ ਸਕਦੇ ਇਹਨਾਂ ਨੂੰ। ਤੇ ਲੋਕ ਪ੍ਰਸ਼ਾਸਨ ਵਿਗਿਆਨ ਕਿਉਂ ਮੰਨਿਆ ਜਾਂਦਾ? ਕਾਰਨ ਦੱਸਣੇ ਨੇ। ਲੋਕ ਪ੍ਰਸ਼ਾਸਨ ਵਿਗਿਆਨ ਆ ਕਿਉਂਕਿ ਇਹਦੇ ਅਧਿਐਨ ਲਈ ਵਿਗਿਆਨਿਕ ਪੱਧਤੀ ਅਪਣਾਈ ਜਾਂਦੀ ਆ। ਠੀਕ ਹੈ। ਵਿਗਿਆਨਿਕ ਢਾਂਚਾ ਅਪਣਾਇਆ ਜਾਂਦਾ ਇਹਦੇ ਅਧਿਐਨ ਦੇ ਲਈ, ਇਹਦੀ ਸਟੱਡੀ ਦੇ ਲਈ। ਲੋਕ ਪ੍ਰਸ਼ਾਸਨ ਨੂੰ ਵਿਗਿਆਨ ਤਾਂ ਕਿਹਾ ਜਾਂਦਾ ਕਿਉਂਕਿ ਇਹਦੇ ਵਿੱਚ ਕਾਫੀ ਮਾਤਰਾ ਵਿੱਚ ਨਿਸ਼ਚਿਤ ਨਿਯਮ ਬਣਾਏ ਜਾਂਦੇ ਨੇ, ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਉਦਾਹਰਨ ਦੇ ਤੌਰ 'ਤੇ ਵਿਸ਼ਿਸ਼ਟੀਕਰਨ ਨਾਲ ਪ੍ਰਸ਼ਾਸਕੀ ਕਾਰਜਕੁਸ਼ਲਤਾ ਦੇ ਵਿੱਚ ਵਾਧਾ ਹੁੰਦਾ। ਪ੍ਰਸ਼ਾਸਕੀ ਕਰਮਚਾਰੀ ਜਿਹੜੇ ਕਿ ਸ਼੍ਰੇਣੀਬੱਧ ਆਧਾਰ 'ਤੇ ਸੰਗਠਿਤ ਕਰਨ ਨਾਲ ਪ੍ਰਸ਼ਾਸਨ ਦੀ ਵਿੱਚ ਕਾਰਜਕੁਸ਼ਲਤਾ ਲਿਆਂਦੀ ਜਾ ਸਕਦੀ ਆ। ਲੋਕ ਪ੍ਰਸ਼ਾਸਨ ਦੇ ਵਿੱਚ ਭਵਿੱਖਬਾਣੀ ਕੀਤੀ ਜਾਂਦੀ ਹੈ, ਅਤੇ ਇਹ ਕਈ ਵਾਰੀ ਇਹ ਭਵਿੱਖਬਾਣੀ ਜਿੱਥੇ ਠੀਕ ਨਿਕਲਦੀ ਉੱਥੇ ਕਈ ਵਾਰੀ ਇਹ ਗਲਤ ਵੀ ਹੋ ਸਕਦੀ ਹੈ। ਜਿਵੇਂ ਮੌਸਮ ਵਿਗਿਆਨ ਨੂੰ ਵਿਗਿਆਨ ਮੰਨਦੇ ਨੇ। ਠੀਕ ਹੈ। ਵਿਗਿਆਨ ਮੰਨ ਸਕਦੇ ਨੇ, ਜਿਹਦੇ ਵਿੱਚ ਭਵਿੱਖਬਾਣੀ ਕਈ ਵਾਰ ਗਲਤ ਹੋ ਜਾਂਦੀ ਹੈ ਮੌਸਮ ਵਿਭਾਗ ਵਾਲੇ ਦੀ। ਠੀਕ ਹੈ। ਅਤੇ ਆਧੁਨਿਕ ਯੁੱਗ ਦੇ ਵਿੱਚ ਲੋਕ ਪ੍ਰਸ਼ਾਸਨ ਦੀ ਮਹੱਤਤਾ ਇੰਨੀ ਵੱਧ ਗਈ ਹੈ ਕਿ ਅਕਸਰ ਸਾਰੇ ਦੇਸ਼ਾਂ ਦੇ ਵਿੱਚ ਇਹਦੀ ਜ਼ਰੂਰਤ ਦੇ ਅਨੁਸਾਰ ਇਸਦੇ ਵਿਗਿਆਨਿਕ ਸਰੂਪ ਨੂੰ ਬਣਾਈ ਰੱਖਣ ਅਤੇ ਇਹਦੀ ਵਿਗਿਆਨਿਕ ਪੱਧਤੀਆਂ ਦੇ ਲਈ ਅਧਿਐਨ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ। ਅੱਗੇ ਹੈ ਕਿ ਲੋਕ ਪ੍ਰਸ਼ਾਸਨ ਕਲਾ। ਹਾਂਜੀ, ਲੋਕ ਪ੍ਰਸ਼ਾਸਨ ਨੂੰ ਕੁਝ ਵਿਦਵਾਨ ਹੈ ਜਿਹੜੇ ਕਿ ਕਲਾ ਵੀ ਮੰਨਦੇ ਨੇ, ਇੱਕ ਜਿਹੜੇ ਕਿ ਆਰਟ ਵੀ ਮੰਨਦੇ ਨੇ। ਲੋਕ ਪ੍ਰਸ਼ਾਸਨ ਦਾ ਵਿਗਿਆਨਿਕ ਪ੍ਰਣਾਲੀ ਨਾਲ ਅਧਿਐਨ ਕੀਤਾ ਜਾ ਸਕਦਾ, ਨਾਲ ਹੀ ਇਸ ਦਾ ਜੀਵਨ ਦੇ ਵਿੱਚ ਵੀ ਪ੍ਰਯੋਗ ਕੀਤਾ ਜਾਂਦਾ, ਜਿਸ ਕਰਕੇ ਆਪਾਂ ਨੂੰ ਕਹਿੰਦੇ ਕਿ ਇਹ ਕਲਾ ਕਿਸੇ ਵੀ ਉਦੇਸ਼ ਦੀ ਪ੍ਰਾਪਤੀ ਲਈ ਗਿਆਨ ਦਾ ਵਿਵਹਾਰਿਕ ਰੂਪ ਦੇ ਵਿੱਚ ਉਪਯੋਗ ਕਲਾ ਹੈ। ਭਾਵ ਕਿ ਜੇ ਕੋਈ ਆਪਣੇ ਕੋਲ ਕੋਈ ਗਿਆਨ ਹੈ, ਜਦੋਂ ਤੱਕ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਲੈਂਦੇ ਹਾਂ ਤਾਂ ਉਹ ਕੀ ਬਣ ਜਾਂਦੀ ਹੈ? ਕਲਾ ਬਣ ਜਾਂਦੀ ਹੈ। ਠੀਕ ਹੈ। ਤਾਂ ਜੀਵਨ ਨੂੰ ਜਿਵੇਂ ਸੁਖੀ ਬਣਾਉਣ ਲਈ ਵਿਗਿਆਨ ਦੇ ਗਿਆਨ ਨੂੰ ਵਿਵਹਾਰ ਵਿੱਚ ਲਿਆਉਣਾ, ਭਾਵ ਕਿ ਜੇ ਜੀਵਨ ਨੂੰ ਆਪਾਂ ਨੇ ਸੁਖੀ ਬਣਾਉਣਾ ਤਾਂ ਜਿਹੜੇ ਆਪਣੇ ਪ੍ਰਿੰਸੀਪਲ ਸੋਚੇ ਨੇ, ਜਦੋਂ ਉਹਨਾਂ ਨੂੰ ਆਪਾਂ ਜ਼ਿੰਦਗੀ ਦੇ ਵਿੱਚ ਲਾਗੂ ਕਰਾਂਗੇ, ਜਦੋਂ ਉਹਨਾਂ ਨੂੰ ਵਿਵਹਾਰ ਭਾਵ ਕਿ ਅਸਲੀਅਤ ਦੇ ਵਿੱਚ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਾਂਗੇ ਤਾਂ ਉਹ ਕੀ ਬਣ ਜੂਗੀ? ਕਲਾ ਬਣ ਜੂਗੀ। ਇਹ ਇਹਦੇ ਵਿੱਚ ਦੱਸਿਆ ਹੋਇਆ। ਠੀਕ ਹੈ। ਅਤੇ ਕਲਾ ਨੇ ਜੀਵਨ ਨੂੰ ਹਮੇਸ਼ਾ ਉੱਚੇ ਆਦਰਸ਼ਾਂ ਨਾਲ ਪ੍ਰੇਰਿਤ ਕੀਤਾ। ਕਲਾ ਜੀਵਨ ਦੀ ਅਸਲੀਅਤ ਅਤੇ ਬੁਰਾਈਆਂ ਦਾ ਗਿਆਨ ਕਰਦੀ ਹੈ। ਅੱਗੇ ਹੈ ਲੋਕ ਪ੍ਰਸ਼ਾਸਨ ਦਾ ਰਾਜਨੀਤੀ ਸ਼ਾਸਤਰ ਨਾਲ ਸੰਬੰਧ ਲਿਖਣਾ। ਹਾਂਜੀ, ਲੋਕ ਪ੍ਰਸ਼ਾਸਨ ਦਾ ਰਾਜਨੀਤੀ ਸ਼ਾਸਤਰ ਦੇ ਵਿੱਚ ਡੂੰਘਾ ਸੰਬੰਧ, ਦੋਹਾਂ ਦੇ ਵਿੱਚ ਡੂੰਘੇ ਸੰਬੰਧਾਂ ਦਾ ਪ੍ਰਮਾਣ ਆਪਾਂ ਨੂੰ ਇਹ ਮਿਲਦਾ ਕਿ ਅੱਜ ਵੀ ਲੋਕ ਪ੍ਰਸ਼ਾਸਨ ਰਾਜਨੀਤੀ ਵਿਗਿਆਨ ਦੇ ਭਾਗ ਜਾਂ ਸ਼ਾਖਾ ਦੇ ਰੂਪ ਦੇ ਵਿੱਚ ਪੜ੍ਹਿਆ ਜਾਂਦਾ। ਠੀਕ ਹੈ। ਭਾਵ ਕਿ ਅੱਜ ਵੀ ਪ੍ਰਸ਼ਾਸਨ ਰਾਜਨੀਤੀ ਰਾਜਨੀਤੀ ਵਿਗਿਆਨ ਆ, ਪੋਲੀਟੀਕਲ ਸਾਇੰਸ ਆ, ਉਹਦੇ ਇੱਕ ਭਾਗ ਜਾਂ ਸ਼ਾਖਾ ਦੇ ਰੂਪ ਦੇ ਵਿੱਚ ਪੜ੍ਹਿਆ ਜਾਂਦਾ। ਪ੍ਰਸ਼ਾਸਨ ਦੇ ਸਹਿਯੋਗ ਦੇ ਬਿਨਾਂ ਰਾਜਨੀਤੀ ਦੁਆਰਾ ਜਿਹੜੇ ਨੀਤੀਆਂ ਨੇ ਉਹਨਾਂ ਨੂੰ ਲਾਗੂ ਕਰਨਾ ਕਠਿਨ ਹੈ। ਜੇਕਰ ਰਾਜਨੀਤੀ ਦੁਆਰਾ ਨੀਤੀਆਂ ਦਾ ਨਿਰਧਾਰਨ ਨਾ ਹੋਵੇ ਤਾਂ ਪ੍ਰਸ਼ਾਸਨ ਦੇ ਰਾਹ ਤੋਂ ਹਟ ਜਾਂਦਾ, ਜਿਹੜੇ ਕਿ ਡਰ ਰਹਿੰਦਾ। ਅਤੇ ਲੋਕ ਪ੍ਰਸ਼ਾਸਨ ਰਾਜਨੀਤੀ ਦਾ ਉਦੇਸ਼ ਜਨਤਾ ਦੀ ਭਲਾਈ ਹੈ ਅਤੇ ਜਨਤਾ ਦੀ ਸਫਲਤਾ ਪ੍ਰਸ਼ਾਸਨ ਦੇ ਸਹਿਯੋਗ 'ਤੇ ਨਿਰਭਰ ਕਰਦੀ ਹੈ। ਇਹਨਾਂ ਦੇ ਵਿੱਚ ਅੰਤਰ। ਅੱਗੇ ਇਹਨਾਂ ਦੇ ਵਿੱਚ ਇਤਿਹਾਸ ਨਾਲ ਕੀ ਸੰਬੰਧ ਹੈ? ਲੋਕ ਪ੍ਰਸ਼ਾਸਨ ਅਤੇ ਇਤਿਹਾਸ ਵਿੱਚ ਡੂੰਘਾ ਸੰਬੰਧ ਆ। ਇਤਿਹਾਸ ਲੋਕ ਪ੍ਰਸ਼ਾਸਨ ਦੇ ਲਈ ਜਿਹੜੇ ਕਿ ਪੁੱਠ ਭੂਮੀ ਭਾਵ ਕਿ ਉਹਦੀ ਸਾਰੀ ਰੂਪ ਰੇਖਾ ਤਿਆਰ ਕਰਦਾ। ਲੋਕ ਪ੍ਰਸ਼ਾਸਨ ਦਾ ਵਰਤਮਾਨ ਸਰੂਪ ਇਸੇ ਯੁੱਗ ਦੀ ਹੀ ਦੇਣ ਨਾ ਹੋ ਕੇ ਅਤੀਤ ਦੀ ਦੇਣ, ਭਾਵ ਕਿ ਲੋਕ ਪ੍ਰਸ਼ਾਸਨ ਦਾ ਜਿਹੜਾ ਵਰਤਮਾਨ ਰੂਪ ਹੈ ਉਹ ਅੱਗੇ ਅਤੀਤ ਬਣ ਜਾਂਦਾ। ਠੀਕ ਹੈ। ਅਤੇ ਇਤਿਹਾਸ ਦੇ ਅਧਿਐਨ ਤੋਂ ਸਾਨੂੰ ਅਤੀਤ ਜਿਹੜਾ ਲੰਘ ਚੁੱਕਿਆ ਉਹਦੇ ਪ੍ਰਸ਼ਾਸਨ ਦੀਆਂ ਸਫਲਤਾਵਾਂ ਅਸਫਲਤਾਵਾਂ ਦਾ ਆਪਾਂ ਨੂੰ ਪਤਾ ਮਿਲਦਾ। ਠੀਕ ਹੈ। ਭਾਵ ਕਿ ਜਦੋਂ ਆਪਾਂ ਇਤਿਹਾਸ ਪੜ੍ਹਦੇ ਤਾਂ ਆਪਾਂ ਨੂੰ ਕਿਸੇ ਜਿਵੇਂ ਸਪੋਜ਼ ਆਪਾਂ ਸ਼ੇਰਸ਼ਾਹ ਸੂਰੀ ਦਾ ਸ਼ਾਸਨ ਪ੍ਰਬੰਧ ਪੜ੍ਹਦੇ ਹਾਂ, ਜਾਂ ਆਪਾਂ ਜਿਹੜੇ ਕਿ ਪਹਿਲਾਂ ਕਿਵੇਂ ਦਾ ਪ੍ਰਸ਼ਾਸਨ ਬਣ ਸੀ, ਜਦੋਂ ਆਪਾਂ ਉਹਨੂੰ ਪੜ੍ਹਦੇ ਆਪਾਂ ਨੂੰ ਸੇਧ ਮਿਲਦੀ ਹੈ। ਠੀਕ ਹੈ। ਤਾਂ ਇਹਦੇ ਵਿੱਚ ਆਪਾਂ ਨੂੰ ਸਫਲਤਾ ਆਪਾਂ ਅਤੇ ਅਸਫਲਤਾਵਾਂ ਦੇਖ ਸਕਦੇ ਹਾਂ। ਆਪਾਂ ਦੇਖ ਸਕਦੇ ਕਿ ਜਿਹੜਾ ਦਾ ਪਹਿਲਾ ਸ਼ਾਸਨ ਪ੍ਰਬੰਧ ਸੀ ਉਹ ਕਿਉਂ ਸਫਲ ਸੀ, ਕਿ ਉਹਨਾਂ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੀਏ, ਜਾਂ ਕਿਉਂ ਅਸਫਲ ਸੀ ਤਾਂ ਕਿ ਆਪਾਂ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਲਾਗੂ ਨਾ ਕਰੀਏ। ਠੀਕ ਹੈ। ਅਗਲਾ ਹੈ ਇਹਦਾ 3 ਲਾਈਨਾਂ ਵਿੱਚ ਲੋਕ ਪ੍ਰਸ਼ਾਸਨ ਦੇ ਸਮਾਜ ਸ਼ਾਸਤਰ ਦੇ ਵਿੱਚ ਸੰਬੰਧ, ਸਾਈਕੋਲੋਜੀ ਦੇ ਵਿੱਚ ਸੰਬੰਧ। ਹਾਂਜੀ, ਸਮਾਜ ਸ਼ਾਸਤਰ ਦੇ ਵਿੱਚ ਮਨੁੱਖੀ ਜੀਵਨ ਦੇ ਸਾਰੇ ਪੱਖਾਂ ਦਾ ਅਧਿਐਨ ਕੀਤੇ ਜਾਣ ਕਾਰਨ ਲੋਕ ਪ੍ਰਸ਼ਾਸਨ ਵੀ ਉਸ ਦੇ ਅਧਿਐਨ ਵਿਸ਼ੇ ਦੇ ਵਿੱਚ ਆਉਂਦਾ ਹੈ। ਠੀਕ ਹੈ।
ਤੇ ਲੋਕ ਪ੍ਰਸ਼ਾਸਨ ਵੀ ਸਮਾਜ ਦੀ ਇੱਕ ਪ੍ਰਕਿਰਿਆ, ਠੀਕ ਹੈ। ਤੇ ਸਮਾਜ ਸ਼ਾਸਤਰ ਲੋਕ ਪ੍ਰਸ਼ਾਸਨ ਦੇ ਵਿਦਵਾਨਾਂ ਨੂੰ ਆਪਣੀ ਖੋਜ ਦੇ ਲਈ ਇੱਕ ਵਿਸ਼ਾਲ ਖੇਤਰ ਪ੍ਰਦਾਨ ਕਰਦਾ ਤੇ ਸਮਾਜ ਸ਼ਾਸਤਰ ਦੇ ਪ੍ਰਭਾਵ ਦੇ ਕਾਰਨ ਹੀ ਲੋਕ ਪ੍ਰਸ਼ਾਸਨ ਆਧੁਨਿਕ ਲੇਖਕ ਪ੍ਰਸ਼ਾਸਕੀ ਮਾਮਲਿਆਂ ਦਾ ਅਧਿਐਨ, ਠੀਕ ਹੈ, ਹੁੰਦਾ। ਅਗਲਾ ਹੈਗਾ ਕੁਐਸਚਨ, ਲੋਕ ਪ੍ਰਸ਼ਾਸਨ ਤੇ ਰਾਜਨੀਤੀ ਵਿੱਚ ਅੰਤਰ। ਹਾਂਜੀ, ਰਾਜਨੀਤਿਕ ਅਧਿਕਾਰੀ ਬਿਨਾਂ ਵੇਤਨ ਤੇ ਗੈਰ ਕਾਰੋਬਾਰੀ ਹੁੰਦੇ ਨੇ, ਜਦਕਿ ਪ੍ਰਸ਼ਾਸਕੀ ਅਧਿਕਾਰੀ ਹੁੰਦੇ ਨੇ ਜਿਹੜੇ ਕਿ ਉਹ ਵੇਤਨ ਵਾਲੇ ਹੁੰਦੇ ਨੇ ਤੇ ਕਾਰੋਬਾਰੀ ਵਾਲੇ ਹੁੰਦੇ ਨੇ। ਤੇ ਰਾਜਨੀਤੀਵਾਨ ਦਾ ਕਾਰਜਕਾਲ ਅਨਿਸ਼ਚਿਤ ਹੁੰਦਾ, ਭਾਵ ਕਿ ਜਿਹੜਾ ਪੋਲੀਟੀਕਲ ਦੇ ਵਿੱਚ ਹੈ, ਪੋਲੀਟੀਕਲ ਸਿਸਟਮ ਦੇ ਵਿੱਚ ਹੈ, ਸਪੋਜ਼ ਕੋਈ MLA ਜਾਂ ਕੋਈ ਵੀ ਹੈ, ਉਹਨਾਂ ਦਾ ਕਾਰਜਕਾਲ ਅਨਿਸ਼ਚਿਤ ਹੁੰਦਾ, ਉਹਨੂੰ ਸਮੇਂ ਤੋਂ ਆਪਾਂ ਜਿਹੜੇ ਕਿ ਪਹਿਲਾਂ ਵੀ ਭੰਗ ਕਰ ਸਕਦੇ ਹਾਂ 5 ਸਾਲ ਤੋਂ, ਜਦਕਿ ਪ੍ਰਸ਼ਾਸਕ ਦਾ ਜਿਹੜਾ ਕਿ ਕਾਰਜਕਾਲ ਉਹ ਨਿਸ਼ਚਿਤ ਹੁੰਦਾ। ਤੇ ਰਾਜਨੀਤੀਵਾਨ ਜਨਹਿਤ ਤੋਂ ਪ੍ਰਭਾਵਿਤ ਹੁੰਦਾ, ਜਨਹਿਤ ਭਾਵ ਕਿ ਜਨਤਾ ਤੋਂ ਪ੍ਰਭਾਵਿਤ ਹੁੰਦਾ, ਜਦਕਿ ਪ੍ਰਸ਼ਾਸਕੀ ਵਿਧੀ ਤੋਂ ਪ੍ਰਭਾਵਿਤ ਹੁੰਦਾ, ਠੀਕ ਹੈ, ਪ੍ਰਸ਼ਾਸਕ ਵਿਧੀ ਪ੍ਰੋਸੈਸ ਤੋਂ ਪ੍ਰਭਾਵਿਤ ਹੁੰਦਾ। ਤੇ ਰਾਜਨੀਤੀ ਅਧਿਕਾਰੀ ਦਾ ਸੰਬੰਧ ਪ੍ਰਸ਼ਾਸਕੀ ਅਧਿਕਾਰੀ ਦੀ ਬਜਾਏ ਵਿਭਾਗੀ ਸਮੱਸਿਆਵਾਂ ਨੂੰ ਸੁਲਝਾਉਣ ਨਾਲ ਜ਼ਿਆਦਾ ਰਹਿੰਦਾ। ਅੱਗੇ ਹੈ ਨਵੀਨ ਲੋਕ ਪ੍ਰਸ਼ਾਸਨ ਦੀਆਂ ਵਿਸ਼ੇਸ਼ਤਾਵਾਂ। ਹਾਂਜੀ, ਨਵੀਨ ਲੋਕ ਪ੍ਰਸ਼ਾਸਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਹ ਕਿ ਇਹ ਫੈਸਲਾ ਨਿਰਮਾਣ ਪ੍ਰਕਿਰਿਆ ਵਿੱਚ ਜਨ ਪ੍ਰਤੀਨਿਧਤਾ ਨੂੰ ਜ਼ਿਆਦਾ ਮਹੱਤਵ ਦਿੰਦਾ, ਸਰਕਾਰ ਦੇ ਗੁੰਝਲਦਾਰ ਤੇ ਅਣਗਿਣਤ ਕੰਮਾਂ ਨੂੰ ਪੂਰਾ ਕਰਨ ਲਈ ਆਧੁਨਿਕ ਤਕਨੀਕਾਂ, ਤਕਨਾਲੋਜੀ, ਇਹ ਸਾਰੇ ਯੰਤਰਾਂ ਤੇ ਸਾਧਨਾਂ ਨੂੰ ਅਪਣਾਉਣਾ ਚਾਹੀਦਾ। ਤੇ ਨਵੀਨ ਲੋਕ ਪ੍ਰਸ਼ਾਸਨ ਕਾਰਜ ਕਰਨ ਲਈ ਨਵੀਂ ਸਲਾਹ ਸੇਵਾ ਸ਼ੁਰੂ ਕਰਨ ਤੇ ਜ਼ੋਰ ਦਿੰਦਾ ਤੇ ਲੋਕ ਪ੍ਰਸ਼ਾਸਨ ਨਾਲ ਸੰਬੰਧਿਤ ਪ੍ਰਸ਼ਾਸਨਿਕ ਢੰਗਾਂ ਨੂੰ ਆਪਣੇ ਫੈਸਲੇ ਤੇ ਕਾਰਜ ਦੀ ਪ੍ਰਭਾਵਸ਼ੀਲਤਾ ਤੇ ਦਲੀਲਤਾ ਨੂੰ ਹਾਲਾਤ ਅਨੁਸਾਰ ਢਾਲਣ ਲਈ ਜਿਹੜੇ ਕਿ ਇੱਕ ਸਪਸ਼ਟ ਮਾਨਦੰਡ ਪ੍ਰਦਾਨ ਕਰਦਾ। ਅੱਗੇ ਹੈ ਨਵੇਂ ਪਬਲਿਕ ਪ੍ਰਸ਼ਾਸਨ ਦੇ ਉਦੇਸ਼ ਕੀ ਨੇ, ਠੀਕ ਹੈ। ਇਹ ਨਵੀਨ ਲੋਕ ਪ੍ਰਸ਼ਾਸਨ ਟੀਚਾ ਲੋਕ ਹਿਤਕਾਰੀ, ਸਕਾਰਾਤਮਕ, ਆਦਰਸ਼ਾਤਮਕ ਹੈ, ਠੀਕ ਹੈ, ਨੈਤਿਕਤਾ ਤੇ ਜ਼ੋਰ ਦਿੰਦਾ ਤੇ ਪੁਰਾਣੇ ਲੋਕ ਪ੍ਰਸ਼ਾਸਨ ਦੇ ਮੁੱਲਾਂ ਕਾਰਜਕੁਸ਼ਲਤਾ, ਘੱਟ ਖਰਚੀਲਾ, ਉੱਚ ਪੱਧਰੀ, ਇਹਦੇ ਨਾਲ ਇੱਕ ਨਵਾਂ ਮੁੱਲ ਸਮਾਜਿਕ ਸਮਾਨਤਾ ਨੂੰ ਜੋੜਿਆ ਜਾਂਦਾ। ਤੇ ਨਵੀਨ ਲੋਕ ਪ੍ਰਸ਼ਾਸਨ ਸਮਾਜਿਕ ਸਮਾਨਤਾ ਦੀ ਪ੍ਰਾਪਤੀ ਤੇ ਪ੍ਰਵਰਤਨ ਤੇ ਜ਼ੋਰ ਦਿੰਦਾ ਤੇ ਨਵੀਨ ਲੋਕ ਪ੍ਰਸ਼ਾਸਨ ਪ੍ਰਾਸੰਗਿਕਤਾ ਤੇ ਵੀ ਜ਼ੋਰ ਦਿੰਦਾ, ਠੀਕ ਹੈ। ਸਮਾਜਿਕ ਸਮੱਸਿਆਵਾਂ ਤੇ ਕੁਰੀਤੀਆਂ ਦੇ ਪ੍ਰਤੀ ਨਵੀਨ ਲੋਕ ਗਹਿਰੀ ਚਿੰਤਾ ਪ੍ਰਗਟ ਕਰਦਾ ਹੈ। ਅੱਗੇ ਹੈਗਾ ਨਵੀਨ ਲੋਕ ਪ੍ਰਬੰਧ ਦੀਆਂ ਵਿਸ਼ੇਸ਼ਤਾਵਾਂ, ਠੀਕ ਹੈ, ਰਾਈਟਰ ਦੇ ਅਕੋਰਡਿੰਗ ਪੁੱਛਣੀਆਂ। ਸੰਗਠਨ ਤੋਂ ਕੀ ਭਾਵ ਹੈ? ਹਾਂਜੀ, ਪਹਿਲਾਂ ਇਹਦੇ ਹਾਂਜੀ, ਪਹਿਲਾ ਸੰਗਠਨ ਸ਼ਬਦ ਦੀ ਵਰਤੋਂ ਪ੍ਰਸ਼ਾਸਕੀ ਢਾਂਚੇ ਦੀ ਰੂਪਰੇਖਾ ਕਰਨ ਤੋਂ ਹੁੰਦਾ। ਰੂਪਰੇਖਾ ਪ੍ਰਸ਼ਾਸਕੀ ਜਿਹੜਾ ਢਾਂਚਾ ਉਹਦੀ ਰੂਪਰੇਖਾ ਤਿਆਰ ਕਰਨ ਨੂੰ ਆਪਾਂ ਕੀ ਕਹਿੰਦੇ ਹਾਂ? ਸੰਗਠਨ ਕਹਿੰਦੇ ਹਾਂ। ਤੇ ਦੂਜਾ ਇਸ ਦਾ ਅਰਥ ਕੀ ਹੈ? ਪ੍ਰਸ਼ਾਸਕੀ ਢਾਂਚੇ ਦਾ ਨਮੂਨਾ ਤਿਆਰ ਕਰਨਾ, ਠੀਕ ਆ, ਤੇ ਉਹਦਾ ਨਿਰਮਾਣ ਕਰਨਾ। ਤੀਜਾ, ਇਸ ਦੀ ਵਰਤੋਂ ਖੁਦ ਪ੍ਰਸ਼ਾਸਕੀ ਢਾਂਚੇ ਲਈ ਕੀਤੀ ਜਾਂਦੀ ਹੈ। ਇਹਨਾਂ ਤਿੰਨਾਂ ਅਰਥਾਂ ਦੇ ਵਿੱਚ ਆਪਾਂ ਕਹਿ ਸਕਦੇ ਕਿ ਮਨੁੱਖੀ ਸੰਬੰਧ ਦੇ ਵਿਚਾਰ ਨੂੰ ਕੋਈ ਸਥਾਨ ਨਹੀਂ ਦਿੱਤਾ ਗਿਆ ਤੇ ਅਸਲ ਦੇ ਵਿੱਚ ਸੰਗਠਨ ਉਹ ਪ੍ਰਣਾਲੀ ਹੈ ਜਿਸ ਰਾਹੀਂ ਕੰਮਾਂ ਦੀ ਵੰਡ ਕੀਤੀ ਜਾਂਦੀ ਹੈ। ਅੱਗੇ ਰਾਈਟਰਾਂ ਦੁਆਰਾ ਇਹਨਾਂ ਦੀ ਵਿਆਖਿਆ ਕੀਤੀ ਗਈ ਹੈ, ਠੀਕ ਹੈ। ਅੱਗੇ ਦੇ ਦ੍ਰਿਸ਼ਟੀਕੋਣ ਸੰਰਚਨਾਤਮਕ, ਕਾਰਜਾਤਮਕ ਦ੍ਰਿਸ਼ਟੀਕੋਣ ਤੇ ਸਮਾਜਿਕ ਮਨੋਵਿਗਿਆਨਿਕ ਦ੍ਰਿਸ਼ਟੀਕੋਣ। ਹਾਂਜੀ, ਇਸ ਦ੍ਰਿਸ਼ਟੀਕੋਣ ਇਹ ਗੱਲ ਦੇ ਵਿੱਚ ਵਿਸ਼ਵਾਸ ਰੱਖਦਾ ਕਿ ਪ੍ਰਸ਼ਾਸਨ ਤੇ ਉਹਦੇ ਵਾਸਤਵਿਕ ਸੰਗਠਨ ਤੋਂ ਉਹਦੀ ਰੂਪਰੇਖਾ ਵਧੇਰੇ ਮਹੱਤਵਪੂਰਨ ਹੈ ਤੇ ਇਸ ਦ੍ਰਿਸ਼ਟੀਕੋਣ ਦੇ ਵਿੱਚ ਵਿਅਕਤੀ ਦੇ ਯੋਗਦਾਨ ਦੀ ਥਾਂ ਤੇ ਜਿਹੜੇ ਕਿ ਕਲ ਪੁਰਜਿਆਂ ਨੂੰ ਮਹੱਤਵ ਦਿੱਤਾ ਗਿਆ। ਅੱਗੇ ਸਮਾਜਿਕ ਮਨੋਵਿਗਿਆਨਿਕ ਦ੍ਰਿਸ਼ਟੀਕੋਣ। ਇਸ ਦ੍ਰਿਸ਼ਟੀਕੋਣ ਦੇ ਵਿੱਚ ਮਨੁੱਖੀ ਪ੍ਰੇਰਕ ਸ਼ਕਤੀਆਂ ਤੇ ਗੈਰ ਰਸਮੀ ਸਮੁਦਾਇਕ ਕਾਰਜ ਪ੍ਰਣਾਲੀਆਂ ਪਰ ਜ਼ੋਰ ਦਿੱਤਾ ਜਾਂਦਾ। ਇਸ ਦ੍ਰਿਸ਼ਟੀਕੋਣ ਅਨੁਸਾਰ ਸੰਗਠਨ ਨੂੰ ਮਨੁੱਖੀ ਤੱਤਾਂ ਦੀਆਂ ਪ੍ਰਾਪਤੀਆਂ ਤੇ ਯੋਗਤਾਵਾਂ ਦੇ ਅਨੁਕੂਲ ਬਣਾਇਆ ਜਾਂਦਾ। ਅੱਗੇ ਦੇ ਆਧਾਰ ਪੜ੍ਹ ਲੈਣੇ ਨੇ, ਠੀਕ ਹੈ, ਜਿਵੇਂ ਕੰਮ ਜਾਂ ਟੀਚੇ ਦੇ ਆਧਾਰ, ਪ੍ਰਕਿਰਿਆ ਦਾ ਆਧਾਰ, ਸ਼ਖਸੀ ਜਾਂ ਸੈਵਿਤ ਵਰਗ ਆਧਾਰ, ਖੇਤਰੀ ਆਧਾਰ। ਨੈਕਸਟ ਹੈ ਸੰਗਠਨ ਦੇ ਕਿਸੇ ਦੋ ਸਿਧਾਂਤਾਂ ਦਾ ਵਰਣਨ ਕਰਨਾ, ਠੀਕ ਹੈ, ਇਹਨੂੰ ਰੀਡ ਕਰ ਲੈਣਾ। ਨੈਕਸਟ ਅੱਗੇ ਦੇ ਵਿਸ਼ੇਸ਼ਤਾਵਾਂ ਤੁਸੀਂ ਲੌਂਗ ਦੇ ਵਿੱਚ ਮੈਂ ਤੁਹਾਨੂੰ ਕਿਹਾ ਕਿ ਇਹ ਚੈਪਟਰ ਸਾਰਾ ਲੌਂਗ ਦੇ ਵਿੱਚ ਕਰ ਲੈਣਾ, ਤੁਹਾਡੇ ਸਾਰੇ ਸ਼ਾਰਟ ਕੁਐਸਚਨ ਕਵਰ ਹੋ ਜਾਣਗੇ, ਠੀਕ ਹੈ। ਗੈਰ ਰਸਮੀ, ਰਸਮੀ ਸੰਗਠਨ ਕਿਹੜੇ ਨੇ? ਰਸਮੀ ਤੇ ਗੈਰ ਰਸਮੀ ਦੋਨੋਂ ਲੌਂਗ ਕੁਐਸਚਨ ਲਈ ਵੀ ਇਹਨਾਂ ਦੇ ਵਿੱਚ ਅਸਮਾਨਤਾਵਾਂ ਕਿਹੜੀਆਂ ਨੇ, ਅੰਤਰ ਕਿਹੜੇ ਨੇ, ਠੀਕ ਹੈ। ਤੇ ਹਾਂਜੀ, ਨੈਕਸਟ ਆਪਾਂ ਦੇਖਦੇ ਹਾਂ ਇਹਨਾਂ ਦੇ ਲਾਭ, ਠੀਕ ਹੈ। ਗੈਰ ਰਸਮੀ ਦੇ ਕੀ ਨੇ? ਗੈਰ ਰਸਮੀ ਸੰਗਠਨ ਲਚਕੀਲਾਪਣ ਆਉਂਦਾ। ਕਿਸੇ ਸੰਗਠਨ ਦੇ ਵਿੱਚ 10 ਵਿਅਕਤੀ ਨੇ ਤਾਂ ਜੋ ਵਿਅਕਤੀ ਜਿਸ ਕੰਮ ਦੇ ਯੋਗ ਹੋਊਗਾ, ਚਾਹੇ ਉਹਦੀ ਅਸਲੀ ਸਥਿਤੀ ਕੋਈ ਵੀ ਕਿਉਂ ਨਾ ਹੋਵੇ, ਉਹਨੂੰ ਉਹ ਕੰਮ ਸੌਂਪਿਆ ਜਾ ਸਕਦਾ। ਤੇ ਗੈਰ ਰਸਮੀ ਸੰਗਠਨ ਦਾ ਵੱਡਾ ਲਾਭ ਇਹ ਹੈ ਕਿ ਇਸ ਦੇ ਵਿੱਚ ਸਰਕਾਰੀ ਸੰਬੰਧ ਵਿਅਕਤੀਗਤ ਰੂਪ ਦੇ ਵਿੱਚ ਆ ਜਾਂਦੇ ਨੇ, ਜਿਹਦੇ ਨਾਲ ਕਰਮਚਾਰੀ ਵੱਧ ਕੰਮ ਕਰਦੇ ਨੇ। ਤੇ ਗੈਰ ਰਸਮੀ ਸੰਗਠਨ ਸਮਾਜਿਕ ਜ਼ਰੂਰਤਾਂ ਨੂੰ ਪੂਰਾ ਕਰਦੇ ਨੇ।
ਅੱਗੇ ਦੇ ਦੋਸ਼ ਵੀ ਪੜ੍ਹਨੇ ਨੇ। ਲੌਂਗ ਲਈ ਇਹ ਚੈਪਟਰ ਬਹੁਤ ਇੰਪੋਰਟੈਂਟ ਆ, ਲੌਂਗ ਕੁਐਸਚਨਾਂ ਦੇ ਲਈ। ਰਸਮੀ ਸੰਗਠਨ ਦੀਆਂ ਵਿਸ਼ੇਸ਼ਤਾਵਾਂ ਜਾਂ ਰਵਾਇਤੀ ਸੰਸਥਾ ਦੀਆਂ ਵਿਸ਼ੇਸ਼ਤਾਵਾਂ। ਇਹ ਕੀ ਹੈ ਕਿ ਸੋਚ ਸਮਝ ਕੇ ਜਾਣ ਬੁੱਝ ਕੇ ਬਣਾਇਆ ਗਿਆ ਸੰਗਠਨ ਹੁੰਦਾ, ਪੂਰਨ ਤੌਰ 'ਤੇ ਵਿਅਕਤੀਗਤ ਹੁੰਦਾ ਹੈ। ਰਸਮੀ ਸੰਗਠਨ ਨੂੰ ਚਾਰਟ ਰੇਖਾ ਚਿੱਤਰ ਰਾਹੀਂ ਦਰਸਾਇਆ ਜਾ ਸਕਦਾ। ਰਸਮੀ ਸੰਗਠਨ ਦੇ ਵਿੱਚ ਕਿਰਤ ਵੰਡ ਅਤੇ ਵਿਸ਼ੇਸ਼ੀਕਰਨ ਉੱਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ। ਅਗਲਾ ਹੈਗਾ ਜਿਹੜੇ ਕਿ ਕਾਰਜਪਾਲਿਕਾ ਵਾਲਾ ਚੈਪਟਰ। ਰਾਜਨੀਤਿਕ ਕਾਰਜਪਾਲਿਕਾ ਅਤੇ ਪ੍ਰਸ਼ਾਸਨਿਕ ਕਾਰਜਪਾਲਿਕਾ ਤੋਂ ਕੀ ਭਾਵ ਹੈ? ਹਾਂਜੀ, ਰਾਜਨੀਤਿਕ ਕਾਰਜਪਾਲਿਕਾ ਰਸਮੀ ਕਾਰਜਪਾਲਿਕਾ ਦੇ ਪ੍ਰਧਾਨ ਦੇ ਰੂਪ ਦੇ ਵਿੱਚ ਰਾਜਾ ਅਤੇ ਰਾਸ਼ਟਰਪਤੀ, ਤੇ ਅਸਲ ਕਾਰਜਪਾਲਿਕਾ ਦੇ ਰੂਪ ਵਿੱਚ ਭਾਵ ਕਿ ਰਾਜਨੀਤਿਕ ਕਾਰਜਪਾਲਿਕਾ ਦੇ ਵਿੱਚ ਰਸਮੀ ਕਾਰਜਪਾਲਿਕਾ ਪ੍ਰਧਾਨ ਦੇ ਰੂਪ ਦੇ ਵਿੱਚ ਹੁੰਦੀ ਹੈ ਰਾਜਾ ਤੇ ਰਾਸ਼ਟਰਪਤੀ, ਤੇ ਅਸਲੀ ਕਾਰਜਪਾਲਿਕਾ ਦੇ ਰੂਪ ਦੇ ਵਿੱਚ ਪ੍ਰਧਾਨ ਮੰਤਰੀ ਤੇ ਮੰਤਰੀ ਮੰਡਲ ਸ਼ਾਮਲ ਹੁੰਦਾ। ਅਸਲੀ ਕਾਰਜਪਾਲਿਕਾ ਦੇ ਵਿੱਚ ਕੀ ਹੁੰਦਾ? ਪ੍ਰਧਾਨ ਮੰਤਰੀ ਤੇ ਮੰਤਰੀ ਮੰਡਲ, ਤੇ ਰਸਮੀ ਕਾਰਜਪਾਲਿਕਾ ਦੇ ਵਿੱਚ ਰਾਸ਼ਟਰਪਤੀ। ਹੁਣ ਪ੍ਰਸ਼ਾਸਕੀ ਤੇ ਜਿਹੜੀ ਪ੍ਰਸ਼ਾਸਕੀ ਕਾਰਜਪਾਲਿਕਾ ਉਹ ਜਿਹੜੀ ਰਾਜਨੀਤਿਕ ਕਾਰਜਪਾਲਿਕਾ ਉਹ ਜੋ ਇੱਛਾ ਕਹਿੰਦੀ ਹੈ ਉਹਦੇ ਅਕੋਰਡਿੰਗ ਕੰਮ ਕਰਦੀ ਹੈ, ਠੀਕ ਹੈ, ਉਹਦੇ ਅਕੋਰਡਿੰਗ ਸ਼ਾਸਨ ਚਲਾਉਂਦੀ ਹੈ। ਤੇ ਪ੍ਰਸ਼ਾਸਕੀ ਕਾਰਜਪਾਲਿਕਾ ਦੇ ਵਿੱਚ ਉਹ ਸਾਰੇ ਕਰਮਚਾਰੀ ਸ਼ਾਮਲ ਹੁੰਦੇ ਨੇ ਜਿਨ੍ਹਾਂ ਨੂੰ ਸਰਕਾਰੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਵੱਖ-ਵੱਖ ਅਹੁਦਿਆਂ 'ਤੇ ਨਿਯੁਕਤ ਕੀਤਾ ਜਾਂਦਾ। ਭਾਵ ਕਿ ਪ੍ਰਸ਼ਾਸਕੀ ਕਾਰਜਪਾਲਿਕਾ ਦੇ ਵਿੱਚ ਉਹ ਸਾਰੇ ਕਰਮਚਾਰੀ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਸਰਕਾਰੀ ਜ਼ਿੰਮੇਵਾਰੀਆਂ ਪੂਰਾ ਕਰਨ ਲਈ ਅਲੱਗ-ਅਲੱਗ ਅਹੁਦਿਆਂ 'ਤੇ ਨਿਯੁਕਤ ਕੀਤਾ ਜਾਂਦਾ। ਤੇ ਪ੍ਰਸ਼ਾਸਕੀ ਕਾਰਜਪਾਲਿਕਾ ਦੇ ਵਿੱਚ ਉੱਚ ਕਰਮਚਾਰੀ, ਹੇਠਲੇ ਕਰਮਚਾਰੀ ਇਹ ਸ਼ਾਮਿਲ ਹੁੰਦੇ ਨੇ। ਤੇ ਮੁੱਖ ਕਾਰਜਪਾਲਿਕਾ ਦੇ ਦੋ ਰੂਪ, ਪ੍ਰਧਾਨਾਤਮਕ ਕਾਰਜਪਾਲਿਕਾ ਤੇ ਸੰਸਦੀ ਕਾਰਜਪਾਲਿਕਾ। ਪ੍ਰਧਾਨਾਤਮਕ ਕਾਰਜਪਾਲਿਕਾ ਉਹ ਕਾਰਜਪਾਲਿਕਾ ਨੂੰ ਕਿਹਾ ਜਾਂਦਾ ਜਿਹਦੇ ਵਿੱਚ ਕਾਰਜਪਾਲਿਕਾ ਵਿਧਾਨ ਪਾਲਿਕਾ ਤੋਂ ਸੁਤੰਤਰ ਹੁੰਦੀ ਹੈ। ਕਾਰਜਪਾਲਿਕਾ ਵਿਧਾਨ ਪਾਲਿਕਾ ਤੋਂ ਸੁਤੰਤਰ ਹੁੰਦੀ ਹੈ, ਭਾਵ ਕਿ ਇਹ ਅਲੱਗ-ਅਲੱਗ ਹੁੰਦੇ ਨੇ, ਠੀਕ ਹੈ, ਅਤੇ ਉਹ ਉਸ ਦੇ ਪ੍ਰਤੀ ਕੋਈ ਵੀ ਉੱਤਰਦਾਈ ਨਹੀਂ ਹੁੰਦਾ, ਠੀਕ ਹੈ, ਭਾਵ ਕਿ ਅਲੱਗ-ਅਲੱਗ ਹੁੰਦੇ ਨੇ, ਕੋਈ ਇੱਕ ਦੂਜੇ ਦੇ ਪ੍ਰਤੀ ਉੱਤਰਦਾਈ ਨਹੀਂ ਹੁੰਦਾ, ਠੀਕ ਹੈ। ਕਾਰਜਪਾਲਿਕਾ ਇੱਕ ਨਿਸ਼ਚਿਤ ਸਮੇਂ ਤੱਕ ਆਪਣਾ ਅਹੁਦੇ 'ਤੇ ਬਣੀ ਰਹਿੰਦੀ ਹੈ ਤੇ ਵਿਧਾਨ ਮੰਡਲ ਉਹਨੂੰ ਅਵਿਸ਼ਵਾਸ ਮਤੇ ਦੁਆਰਾ ਨਹੀਂ ਹਟਾ ਸਕਦੀ, ਠੀਕ ਹੈ, ਜਿਵੇਂ ਅਮਰੀਕਾ ਦੇ ਵਿੱਚ ਹੈ ਜਿਹਦੇ ਵਿੱਚ ਰਾਸ਼ਟਰਪਤੀ ਮੁੱਖ ਕਾਰਜਕਾਰੀ ਹੈ। ਤੇ ਸੰਸਦੀ ਕਾਰਜਪਾਲਿਕਾ ਜਿਹਦੇ ਵਿੱਚ ਇਹਨਾਂ ਦੋਨਾਂ ਦੇ ਵਿੱਚ ਅਟੁੱਟ ਸੰਬੰਧ ਹੁੰਦਾ ਵਿਧਾਨ ਪਾਲਿਕਾ ਕਾਰਜਪਾਲਿਕਾ ਦੇ ਵਿੱਚ, ਠੀਕ ਹੈ। ਤੇ ਕਾਰਜਪਾਲਿਕਾ ਆਪਣੇ ਕੰਮਾਂ ਦੇ ਲਈ ਵਿਧਾਨ ਪਾਲਿਕਾ ਨੂੰ ਉੱਤਰਦਾਈ ਹੁੰਦੀ ਹੈ, ਠੀਕ ਹੈ, ਵਿਧਾਨ ਮੰਡਲ ਦੇ ਪ੍ਰਤੀ ਉੱਤਰਦਾਈ ਹੁੰਦੀ ਹੈ। ਤੇ ਵਿਧਾਨ ਪਾਲਿਕਾ ਜਦੋਂ ਚਾਹੇ ਅਵਿਸ਼ਵਾਸ ਦਾ ਪ੍ਰਸਤਾਵ ਪਾਸ ਕਰਕੇ ਉਹਨੂੰ ਅਹੁਦੇ ਤੋਂ ਹਟਾ ਸਕਦੀ ਹੈ। ਭਾਰਤ ਤੇ ਇੰਗਲੈਂਡ ਦੇ ਵਿੱਚ ਸੰਸਦਾਤਮਕ ਕਾਰਜਪਾਲਿਕਾ ਪਾਈ ਜਾਂਦੀ ਹੈ, ਠੀਕ ਹੈ। ਅਗਲਾ ਹੈਗਾ, ਇਹਨਾਂ ਨੂੰ ਤੁਸੀਂ ਰੀਡ ਕਰ ਲੈਣਾ। ਮੁੱਖ ਕਾਰਜਪਾਲਿਕਾ ਤੋਂ ਕੀ ਭਾਵ ਹੈ? ਮੁੱਖ ਕਾਰਜਪਾਲਿਕਾ ਰਾਜ ਦੇ ਪ੍ਰਸ਼ਾਸਕੀ ਸੰਗਠਨ ਦਾ ਪ੍ਰਧਾਨ ਹੁੰਦਾ, ਠੀਕ ਹੈ। ਤੇ ਇਹਨਾਂ ਦੇ ਕੰਮ, ਮੁੱਖ ਕਾਰਜਪਾਲਿਕਾ ਦੇ ਕੰਮ ਕਾਰਜ ਇੱਕੋ ਗੱਲ ਹੋ ਗਈ। ਹਾਂਜੀ, ਨੀਤੀ ਨਿਰਧਾਰਨ ਮੁੱਖ ਪ੍ਰਸ਼ਾਸਨ ਦਾ ਮਹੱਤਵਪੂਰਨ ਕੰਮ ਹੈ, ਭਾਵ ਕਿ ਨੀਤੀ ਨਿਰਧਾਰਨ ਕਰਨਾ, ਠੀਕ ਹੈ। ਤੇ ਮੁੱਖ ਪ੍ਰਸ਼ਾਸਕ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਤਾਲਮੇਲ ਦਾ ਕੰਮ ਕਰਦੀ ਹੈ। ਤੇ ਮੁੱਖ ਕਾਰਜਪਾਲਿਕਾ ਰਾਹੀਂ ਧਨ ਦੀ ਵਿਵਸਥਾ ਕੀਤੀ ਜਾਂਦੀ ਹੈ, ਬਜਟ ਦਾ ਨਿਰਮਾਣ ਮੁੱਖ ਕੰਮ ਇਹਦਾ ਸਾਰਾ ਪ੍ਰਸ਼ਾਸਨ ਇਹਦਾ ਸਾਰਾ ਕੰਮ ਹੁੰਦਾ, ਠੀਕ ਹੈ, ਧਨ ਨਾਲ ਸੰਬੰਧਿਤ। ਤੇ ਮੁੱਖ ਕਾਰਜਪਾਲਿਕਾ ਦਾ ਕੰਮ ਪ੍ਰਸ਼ਾਸਕੀ ਕੰਮਾਂ ਨੂੰ ਖੁਦ ਕਰਨਾ ਨਾ ਹੋ ਕੇ ਉਹਨਾਂ ਨੂੰ ਠੀਕ ਢੰਗ ਨਾਲ ਕਰਵਾਉਣਾ ਹੁੰਦਾ। ਬਾਕੀ ਮੁੱਖ ਕਾਰਜਪਾਲਿਕਾ ਕਿਸੇ ਹੋਰ ਤੋਂ ਜਿਹੜੇ ਕਿ ਠੀਕ ਢੰਗ ਨਾਲ ਕੰਮ ਕਰਵਾਉਂਦੇ ਨਾ ਕਿ ਖੁਦ, ਠੀਕ ਹੈ। ਹਾਂਜੀ, ਅਗਲਾ ਹੈਗੇ ਨੇ ਅਗਲਾ ਕੁਐਸਚਨ, ਇੱਕ ਚੰਗੇ ਤੇ ਸਫਲ ਮੁੱਖ ਕਾਰਜਪਾਲਿਕਾ ਦੇ ਗੁਣ। ਚੰਗੀ ਅਗਵਾਈ, ਚਰਿੱਤਰ, ਤਿੱਖਣ ਬੁੱਧੀ, ਕੁਸ਼ਲ ਕਰਮਚਾਰੀ ਦੀ ਨਿਯੁਕਤੀ। ਅੱਗੇ ਲਾਈਨ ਤੇ ਸਟਾਫ ਏਜੰਸੀਆਂ। ਹਾਂਜੀ, ਸਟਾਫ ਸ਼ਬਦ ਤੋਂ ਕੀ ਭਾਵ ਹੈ? ਇਹ ਕਰਨਾ। ਹਾਂਜੀ, ਸਟਾਫ ਜਿਹੜਾ ਸ਼ਬਦ ਹੈ, ਸ਼ਬਦ ਦਾ ਅਰਥ ਹੈ ਲਾਠੀ, ਠੀਕ ਹੈ, ਸਟਾਫ ਸ਼ਬਦ ਦਾ ਅਰਥ ਹੈ ਲਾਠੀ ਸਟਿਕ। ਤੇ ਕਾਰਜਪਾਲਿਕਾ ਦੀ ਸਟਾਫ ਉਸੇ ਤਰ੍ਹਾਂ ਨਾਲ ਮਦਦ ਕਰਦਾ ਹੈ ਜਿਸ ਤਰ੍ਹਾਂ ਕਿਸੇ ਬਜ਼ੁਰਗ ਜਾਂ ਅਪਾਹਜ ਵਿਅਕਤੀ ਨੂੰ ਲਾਠੀ ਸਹਾਰਾ ਦਿੰਦੀ ਹੈ। ਭਾਵ ਕਿ ਸਟਾਫ ਇੱਕ ਲਾਠੀ ਦੀ ਤਰ੍ਹਾਂ ਕੰਮ ਕਰਦਾ, ਜਿਵੇਂ ਕੋਈ ਅਪਾਹਜ ਵਿਅਕਤੀ ਆ ਜਾਂ ਕੋਈ ਬਜ਼ੁਰਗ ਹੈ, ਉਹ ਲਾਠੀ ਦੇ ਸਹਾਰੇ ਆਪਣਾ ਸਾਰਾ ਜਿਹੜੇ ਕਿ ਤੁਰਦਾ, ਆਪਣੇ ਸਾਰੇ ਕੰਮ ਦੇ ਲਈ ਜਿਹੜੇ ਕਿ ਇੱਧਰ ਉੱਧਰ ਹੁੰਦਾ, ਤਾਂ ਉਸੇ ਤਰੀਕੇ ਨਾਲ ਜਿਹੜੇ ਕਿ ਸਟਾਫ ਆ ਜਿਹੜੇ ਕਿ ਕਾਰਜਪਾਲਿਕਾ ਦੀ ਮਦਦ ਕਰਦੀ ਹੈ, ਠੀਕ ਹੈ। ਤੇ ਸਟਾਫ ਉਹਨਾਂ ਕਰਮਚਾਰੀਆਂ ਨੂੰ ਕਿਹਾ ਜਾਂਦਾ ਜੋ ਅਨੁਸੰਧਾਨ, ਨਿਰੀਖਣ ਤੇ ਅਧਿਐਨ ਦੇ ਵਿੱਚ ਮਾਹਿਰ ਹੁੰਦੇ ਨੇ, ਤੇ ਜੋ ਮੁੱਖ ਕਾਰਜਕਾਰੀ ਅਧਿਕਾਰੀ ਜਿਸ ਦੇ ਨਾਲ ਉਹ ਸੰਬੰਧਿਤ ਹੁੰਦੇ ਨੇ ਉਹਦੇ ਲਈ ਆਪਣੇ ਪ੍ਰਸਤਾਵ ਯੋਜਨਾਵਾਂ ਤਿਆਰ ਕਰਦੇ ਨੇ। ਸਟਾਫ ਲਾਈਨ ਅਧਿਕਾਰੀ ਦੇ ਕਈ ਯੋਜਨਾ ਬਣਾਉਂਦਾ ਤੇ ਉਹਨਾਂ ਨੂੰ ਸਲਾਹ ਦਿੰਦਾ ਤੇ ਉਹਨਾਂ ਦੀ ਮਦਦ ਕਰਦੇ ਨੇ।
ਅੱਗੇ ਸੂਤਰ ਏਜੰਸੀਆਂ ਕਿਹੜੀਆਂ ਹੁੰਦੀਆਂ ਨੇ। ਹਾਂਜੀ, ਹਰੇਕ ਪ੍ਰਸ਼ਾਸਨਿਕ ਵਿਵਸਥਾ ਲਾਈਨਾਂ ਵਿਕਰਨ ਜਾਂ ਵਿਭਾਗਾਂ ਵਿੱਚ ਵੰਡੀ ਹੁੰਦੀ ਆ। ਇਹਨਾਂ ਵਿਭਾਗਾਂ ਦਾ ਕੰਮ ਸਰਕਾਰ ਦੇ ਮੁੱਢਲੇ ਉਦੇਸ਼ਾਂ ਨੂੰ ਪੂਰਾ ਕਰਨਾ ਹੁੰਦਾ ਤੇ ਇਹਨਾਂ ਵਿਭਾਗਾਂ ਦਾ ਜਨਤਾ ਨਾਲ ਸਿੱਧਾ ਸੰਬੰਧ ਹੁੰਦਾ ਤੇ ਇਹ ਵਿਧਾਨ ਮੰਡਲ ਦੁਆਰਾ ਨਿਰਧਾਰਿਤ ਆਪਣੇ ਕਾਰਜਕ੍ਰਮ ਕਰਦੇ ਨੇ। ਸਿਹਤ, ਪ੍ਰਤਿਰੱਖਿਆ, ਸਿੱਖਿਆ, ਕਿਰਤ, ਪਰਿਵਹਨ, ਸੰਚਾਰ ਭਾਰਤ ਸਰਕਾਰ ਦੇ ਮੁੱਖ ਲਾਈਨ ਵਿਭਾਗ ਨੇ। ਤੇ ਲਾਈਨ ਅਭਿਕਰਨਾਂ ਨਾਲ ਇਹ ਭਾਵ ਕਿ ਇਹ ਸਾਰੇ ਜਿਹੜੇ ਕਿ ਲਾਈਨ ਵਿਭਾਗ ਨੇ, ਠੀਕ ਹੈ, ਸੂਤਰ ਏਜੰਸੀਆਂ ਨੇ ਇਹਨਾਂ ਅੱਗੇ ਇਹਨਾਂ ਦੇ ਵਿੱਚ ਅੰਤਰ, ਠੀਕ ਹੈ। ਸਟਾਫ ਤੇ ਸੂਤਰ ਏਜੰਸੀਆਂ ਦੇ ਵਿੱਚ ਲਾਈਨ ਟੀਚਾ ਪ੍ਰਾਪਤੀ ਦੇ ਲਈ ਕੰਮ ਕਰਦਾ ਤੇ ਆਪਣੇ ਆਪ ਲਈ ਉਦੇਸ਼ ਹੈ, ਜਦਕਿ ਸਟਾਫ ਲਾਈਨ ਦੇ ਲਈ ਨਿਰਧਾਰਿਤ ਟੀਚੇ ਵਿੱਚ ਉਸਦੀ ਮਦਦ ਕਰਦਾ, ਠੀਕ ਹੈ, ਭਾਵ ਕਿ ਸਟਾਫ ਉਹਦੀ ਮਦਦ ਕਰਦਾ ਲਾਈਨ ਦੇ ਵਿੱਚ। ਅਗਲਾ ਹੈਗਾ ਲਾਈਨ ਦਾ ਸੰਬੰਧ ਪ੍ਰਤੱਖ ਕੰਮ ਨਾਲ ਹੁੰਦਾ, ਜਦਕਿ ਸਟਾਫ ਦਾ ਕੰਮ ਕੇਵਲ ਸਲਾਹ ਦੇਣਾ ਹੁੰਦਾ, ਠੀਕ ਹੈ, ਨਿਯੋਜਨ ਕਰਨਾ ਹੁੰਦਾ। ਤੇ ਇਹ ਹੈਗਾ ਲਾਈਨ ਟੀਚਾ ਭਾਵ ਕਿ ਸੂਤਰ ਏਜੰਸੀ ਹੈ ਤੇ ਮੁੱਖ ਪ੍ਰਸ਼ਾਸਕ ਵੱਲੋਂ ਸਟਾਫ ਦੇ ਕਰਮਚਾਰੀ ਲਾਈਨ ਦੇ ਕਰਮਚਾਰੀਆਂ ਨੂੰ ਨਿਰਦੇਸ਼ ਦਿੰਦੇ ਨੇ, ਕੰਟਰੋਲ ਕਰਦੇ ਨੇ ਤੇ ਸਟਾਫ ਆਮ ਤੌਰ ਤੇ ਸਟਾਫ ਰਾਹੀਂ ਦਿੱਤੀ ਗਈ ਸਲਾਹ ਤੇ ਵਿਚਾਰ ਵਟਾਂਦਰੇ ਦੇ ਆਧਾਰ ਤੇ ਹੀ ਕੰਮ ਕਰਦੇ ਨੇ। ਅੱਗੇ ਇਹਨਾਂ ਦੇ ਕੰਮ, ਠੀਕ ਹੈ, ਆਮ ਸਟਾਫ ਦੇ ਵਿੱਚ ਆ ਜਾਣਗੇ ਕਿਹੜੇ ਕਿਹੜੇ ਆਉਂਦੇ ਨੇ। ਤਕਨੀਕੀ ਸਟਾਫ ਜਿਹਦੇ ਵਿੱਚ ਇੰਜੀਨੀਅਰ, ਡਾਕਟਰ, ਵਿੱਤੀ, ਵਣਜ ਇਹ ਮਾਹਿਰ ਲੋਕ ਹੁੰਦੇ ਨੇ। ਸਹਾਇਕ ਜਿਹੜੇ ਉਹਨਾਂ ਦੀ ਮਦਦ ਕਰਨ ਦੇ ਵਿੱਚ ਹੁੰਦੇ ਨੇ, ਠੀਕ ਹੈ। ਲਾਈਨ ਏਜੰਸੀਆਂ ਦੇ ਕਿਸਮਾਂ ਵਿਭਾਗ ਹੋ ਗਏ ਤੇ ਲੋਕ ਨਿਗਮ ਹੋ ਗਏ ਤੇ ਇਹਨਾਂ ਦੇ ਕਾਰਜਾਂ ਦੇ ਵਿੱਚ ਲਾਈਨ ਦਾ ਮੁੱਖ ਨੀਤੀਆਂ ਨੂੰ ਲਾਗੂ ਕਰਨਾ ਕਾਰਜਾਂ ਨੂੰ ਕਰਨ ਦੇ ਨਾਲ ਹੈ ਤੇ ਲਾਈਨ ਅਧਿਕਾਰੀ ਲਾਈਨ ਇਕਾਈਆਂ ਦੇ ਆਦੇਸ਼ ਦੇਣ ਦਾ ਕੰਮ ਕਰਦੀਆਂ ਨੇ, ਉਦੇਸ਼ਾਂ ਨੂੰ ਪ੍ਰਾਪਤ ਕਰਦੇ ਨੇ। ਤੇ 3 ਕਿਸਮ ਦੇ ਸਟਾਫ ਏਜੰਸੀਆਂ, ਆਮ ਸਟਾਫ, ਤਕਨੀਕੀ ਸਟਾਫ ਤੇ ਸਹਾਇਕ ਸਟਾਫ। ਅੱਗੇ ਹੈ ਕਿਹੜਾ ਕਿਹੜਾ ਤੁਸੀਂ ਦੇਖ ਸਕਦੇ ਹੋ, ਠੀਕ ਹੈ। ਨੈਕਸਟ ਹੈ ਪਦ ਸੋਪਾਨ ਜਾਂ ਕ੍ਰਮਿਕ ਪ੍ਰਕਿਰਿਆ। ਹਾਂਜੀ, ਪਦਵੀ ਤਰਤੀਬ ਕੀ ਆ ਇਹਦੇ ਵਿੱਚ ਪਦਕ੍ਰਮ ਦਾ ਸਿਧਾਂਤ ਜਿਸ ਨੂੰ ਮੂਨੇ ਅਤੇ ਰੈਲੇ ਨੇ ਕ੍ਰਮਿਕ ਸਿਧਾਂਤ, ਠੀਕ ਹੈ, ਕਿਹਾ ਸੰਗਠਨ ਦਾ ਸਭ ਤੋਂ ਵੱਧ ਮਹੱਤਵਪੂਰਨ ਸਿਧਾਂਤ ਆ। ਹਾਂਜੀ, ਇਹਦੇ ਵਿੱਚ ਕੀ ਆ, ਪਦਕ੍ਰਮ ਦਾ ਸ਼ਾਬਦਿਕ ਅਰਥ ਹੈ ਉੱਚ ਅਧਿਕਾਰੀ ਦਾ ਹੇਠਲੇ ਅਧਿਕਾਰੀ ਤੇ ਕੰਟਰੋਲ, ਭਾਵ ਕਿ ਉੱਚ ਅਧਿਕਾਰੀ ਉਹਦਾ ਹੇਠਲੇ ਅਧਿਕਾਰੀ ਤੇ ਕੰਟਰੋਲ, ਭਾਵ ਕਿ ਤੁਸੀਂ ਜਿਵੇਂ ਬੌਸ ਹੋ ਤਾਂ ਤੁਹਾਡਾ ਨੀਚੇ ਜਿਹੜੇ ਕਰਮਚਾਰੀ ਕੰਮ ਕਰ ਰਹੇ ਨੇ ਤੁਹਾਡਾ ਉਹਨਾਂ ਤੇ ਕੰਟਰੋਲ, ਠੀਕ ਹੈ। ਕਿਸੇ ਵੀ ਸੰਗਠਨ ਦੇ ਵਿੱਚ ਜਿੱਥੇ ਬਹੁਤ ਸਾਰੇ ਵਿਅਕਤੀ ਕੰਮ ਕਰਦੇ ਹੋਣ, ਇਸ ਗੱਲ ਦਾ ਫੈਸਲਾ ਸਭ ਤੋਂ ਪਹਿਲਾ ਕੰਮ ਹੈ ਕਿ ਕੌਣ ਕਿਸ ਦੀਆਂ ਆਗਿਆਵਾਂ ਦਾ ਪਾਲਣ ਕਰਨ, ਭਾਵ ਕਿ ਜੇ ਤੁਸੀਂ ਕਿਸੇ ਕੰਪਨੀ ਦੇ ਵਿੱਚ ਕੰਮ ਕਰ ਰਹੇ ਹੋ ਤੁਸੀਂ ਕਿਸ ਦੀ ਆਗੇ ਦੇ ਪਾਲਣ ਹੇਠਾਂ ਕੰਮ ਕਰ ਰਹੇ ਹੋ, ਤੁਹਾਡਾ ਬੌਸ ਕੌਣ ਹੈ। ਤੇ ਇਸ ਸਿਧਾਂਤ ਅਨੁਸਾਰ ਸੰਗਠਨ ਨੂੰ ਕਈ ਪੱਧਰਾਂ ਵਿੱਚ ਵੰਡਿਆ ਜਾਂਦਾ ਤੇ ਉਸਦੀਆਂ ਆਗਿਆਵਾਂ ਅਨੁਸਾਰ ਕੰਮ ਕਰਿਆ ਜਾਂਦਾ, ਭਾਵ ਕਿ ਜਿਵੇਂ ਆਪਾਂ ਜਿਹੜੇ ਕਿ ਉਹਨੂੰ ਕੰਪਨੀ ਦੇ ਵਿੱਚ ਲਗਾ ਲਓ ਕਿ ਤੁਹਾਡੇ ਵਿੱਚ ਜਿਹੜੇ ਕਿ ਕੰਪਨੀ ਦੇ ਵਿੱਚ ਬੌਸ ਹੁੰਦਾ, ਉਸ ਤੇ ਬੌਸ ਤੋਂ ਨੀਚੇ ਕੋਈ ਮੈਂਬਰ ਹੁੰਦੇ ਨੇ ਜਿਨ੍ਹਾਂ ਨੂੰ ਪੂਰਾ ਰਾਈਟਸ ਹੁੰਦੇ ਨੇ, ਤੁਸੀਂ ਉਹਨਾਂ ਦੀ ਵੀ ਆਗਿਆ ਨਾਲ ਪਾਲਣ ਕਰਦੇ ਹੋ, ਬੌਸ ਦੀ ਤਾਂ ਆਗਿਆ ਦਾ ਪਾਲਣ ਕਰਨਾ ਹੀ ਕਰਨਾ, ਠੀਕ ਹੈ, ਭਾਵ ਕਿ ਐਵੇਂ ਅੱਗੇ ਜਿਹੜੇ ਵਿਭਾਗ ਬਣਾਏ ਹੋਏ ਹੁੰਦੇ ਨੇ। ਅਗਲਾ ਹੈਗਾ ਇਹਦੇ ਲਾਭ ਕੀ ਨੇ, ਠੀਕ ਹੈ, ਇਹ ਤਾਂ ਲਾਈਨਾਂ ਦੇ ਵਿੱਚ ਤੁਸੀਂ ਰੀਡ ਕਰ ਸਕਦੇ ਹੋ। ਨੈਕਸਟ ਹੈ ਕੇਂਦਰੀਕਰਨ ਤੋਂ ਤੁਹਾਡਾ ਕੀ ਭਾਵ ਹੈ। ਹਾਂਜੀ, ਕੇਂਦਰੀਕਰਨ ਤੋਂ ਭਾਵ ਉਸ ਵਿਵਸਥਾ ਤੋਂ ਹੈ ਜਿਸ ਦੇ ਵਿੱਚ ਫੈਸਲਾ ਲੈਣ ਦਾ ਅਧਿਕਾਰ ਮੁੱਖ ਦਫ਼ਤਰ ਦੇ ਵਿੱਚ ਹੁੰਦਾ ਹੈ ਤੇ ਹੋਰ ਸਾਰੀਆਂ ਇਕਾਈਆਂ ਕੇਵਲ ਕੇਂਦਰ ਦੇ ਆਦੇਸ਼ਾਂ ਅਨੁਸਾਰ ਹੀ ਕੰਮ ਕਰਦੀਆਂ ਨੇ, ਠੀਕ ਹੈ, ਭਾਵ ਕਿ ਇੱਕ ਜਿਹੜਾ ਕੇਂਦਰ ਆ ਉਹਦੇ ਅਕੋਰਡਿੰਗ ਹੀ ਬਾਕੀ ਸਾਰੇ ਕੰਮ ਕਰਨਾ ਹੋਊਗਾ ਕੇਂਦਰੀਕਰਨ, ਠੀਕ ਹੈ। ਕੇਂਦਰੀਕਰਨ ਦੇ ਵਿੱਚ ਸੰਗਠਨ ਦੇ ਉੱਚ ਅਧਿਕਾਰੀ ਦੇ ਹੱਥਾਂ ਦੇ ਵਿੱਚ ਸ਼ਕਤੀ ਹੁੰਦੀ ਹੈ, ਭਾਵ ਕਿ ਕੋਈ ਜਿਹੜਾ ਉੱਚ ਅਧਿਕਾਰੀ ਉਹਦੇ ਹੱਥਾਂ ਦੇ ਵਿੱਚ ਹੀ ਪਾਵਰ ਹੁੰਦੀ ਹੈ, ਬਾਕੀ ਸਾਰੇ ਉਹਦੇ ਅੰਡਰ ਹੀ ਕੰਮ ਕਰਨਗੇ। ਤੇ ਕੇਂਦਰੀਕਰਨ ਵਿੱਚ ਹਰੇਕ ਛੋਟੀ ਵੱਡੀ ਸਮੱਸਿਆ ਅਧੀਨ ਕਰਮਚਾਰੀ ਦੁਆਰਾ ਉੱਚ ਅਧਿਕਾਰੀ ਕੋਲ ਪਹੁੰਚ ਕੀਤੀ ਜਾਵੇ, ਚਾਹੇ ਛੋਟੀ ਸਮੱਸਿਆ ਕੋਈ ਵੱਡੀ ਸਮੱਸਿਆ, ਉਹਨੂੰ ਉੱਚ ਅਧਿਕਾਰੀ ਕੋਲ ਹੀ ਜਾਣਾ ਪਊਗਾ, ਠੀਕ ਹੈ। ਕੇਂਦਰੀਕਰਨ ਦੇ ਵਿੱਚ ਵਿਕੇਂਦਰੀਕਰਨ ਜਿਹਦੇ ਵਿੱਚ ਅਲੱਗ-ਅਲੱਗ ਵਿਭਾਗਾਂ ਦੇ ਵਿੱਚ ਵੰਡ ਹੋਈ ਵੀ ਹੁੰਦੀ ਹੈ। ਇਹਦੇ ਗੁਣ, ਠੀਕ ਹੈ, ਅੱਗੇ ਦੋਸ਼, ਇਹ ਵੀ ਇੰਪੋਰਟੈਂਟ ਨੇ, ਦੇਖੋ ਪਹਿਲਾਂ ਆਏ ਹੋਏ ਵੀ ਨੇ ਇਹ, ਤੇ ਵਿਕੇਂਦਰੀਕਰਨ ਦੇ ਲਾਭ, ਦੋਸ਼ ਇਹ ਰੀਡ ਕਰ ਲੈਣੇ ਨੇ, ਜਿਹੜੇ ਪਹਿਲਾਂ ਪ੍ਰੀਵੀਅਸ ਈਅਰ 'ਚ ਆਏ ਹੋਏ ਉਹਨਾਂ ਨੂੰ ਜ਼ਰੂਰ ਕਰਨਾ। ਤਾਲਮੇਲ, ਹਾਂਜੀ, ਤਾਲਮੇਲ ਇਹ ਵੀ ਦੇਖੋ ਕਾਫੀ ਪਹਿਲਾਂ ਆਇਆ ਹੋਇਆ ਕੁਐਸਚਨ ਨੇ। ਤਾਲਮੇਲ ਦੀ ਪਰਿਭਾਸ਼ਾ, ਤਾਲਮੇਲ ਕੀ ਹੈ, ਝਗੜਿਆਂ ਨੂੰ ਕੋਆਰਡੀਨੇਸ਼ਨ, ਠੀਕ ਹੈ, ਝਗੜਿਆਂ ਨੂੰ ਨਿਪਟਾਉਣਾ, ਪ੍ਰਸ਼ਾਸਨ ਦੇ ਭਾਗ ਜੋ ਕਿ ਇੱਕ ਹੀ ਤਰ੍ਹਾਂ ਦਾ ਕੰਮ ਕਰ ਰਹੇ ਨੇ ਉਹਨਾਂ ਦੇ ਵਿੱਚ ਤਾਲਮੇਲ ਪੈਦਾ ਕਰਨਾ, ਭਾਵ ਕਿ ਜਿਹੜੇ ਕੋਈ ਦੋ ਕੰਪਨੀਆਂ ਨੇ ਇਹਨਾਂ ਦੇ ਵਿੱਚ ਆਪਾਂ ਆਪਸ ਦੇ ਵਿੱਚ ਤਾਲਮੇਲ, ਆਪਸ ਦੇ ਵਿੱਚ ਸਹਿਯੋਗ ਬਣਾ ਕੇ ਰੱਖਣਾ, ਇਹਨਾਂ ਦੇ ਵਿੱਚ ਆਪਸ ਦੇ ਵਿੱਚ ਸਾਂਝੇਦਾਰੀ ਬਣਾ ਕੇ ਰੱਖਣਾ, ਠੀਕ ਹੈ। ਝਗੜਿਆਂ ਨੂੰ ਨਿਪਟਾਉਣਾ ਜਾਂ ਉਹਨਾਂ ਨੂੰ ਇੱਕ ਤਰ੍ਹਾਂ ਦੇ ਕੰਮ ਕਰ ਰਹੇ ਹੋਣ ਉਹਨਾਂ ਦੇ ਵਿੱਚ ਤਾਲਮੇਲ ਪੈਦਾ, ਠੀਕ ਹੈ।
ਵੱਖ-ਵੱਖ ਭਾਗਾਂ ਜੇਕਰ ਵੱਖ-ਵੱਖ ਦਿਸ਼ਾਵਾਂ ਵਿੱਚ ਕੰਮ ਕਰ ਰਹੇ ਹੋਣ ਤਾਂ ਵੀ ਉਹਨਾਂ ਨੂੰ ਇੱਕ ਦਿਸ਼ਾ ਦੇ ਵਿੱਚ ਹੀ ਰੱਖਣਾ ਉਹ ਤਾਲਮੇਲ ਹੁੰਦਾ। ਤੇ ਤਾਲਮੇਲ ਸੰਗਠਨ ਦਾ ਪਹਿਲਾ ਸਿਧਾਂਤ ਹੈ। ਇਸ ਤੋਂ ਬਿਨਾਂ ਸੰਗਠਨ ਦੇ ਵੱਖ ਵਿਭਾਗ ਆਪਸ ਦੇ ਵਿੱਚ ਅਸੰਗਠਿਤ ਹੋ ਜਾਂਦੇ ਨੇ ਤੇ ਨਿਸ਼ਚਿਤ ਟੀਚਿਆਂ ਦੀ ਪ੍ਰਾਪਤੀ ਅਸੰਭਵ ਹੋ ਜਾਂਦੀ ਹੈ। ਸਹਿਯੋਗ ਦੀ ਭਾਵਨਾ ਪੈਦਾ ਕਰਨਾ ਤਾਲਮੇਲ ਦਾ ਅਰਥ। ਜਿਹੜੀ ਪਰਿਭਾਸ਼ਾ ਕਰ ਲੈਣੀ ਤਾਲਮੇਲ ਦੇ ਵਿਸ਼ੇਸ਼ਤਾਵਾਂ, ਠੀਕ ਹੈ, ਤੇ ਰਸਮੀ ਤਾਲਮੇਲ ਦੇ ਤਰੀਕੇ ਕਿਹੜੇ-ਕਿਹੜੇ ਨੇ। ਨੈਕਸਟ ਇਹਨਾਂ ਵਿੱਚ ਅੜਿੱਕੇ ਭਾਵ ਕਿ ਰੁਕਾਵਟਾਂ ਕਿਹੜੀਆਂ-ਕਿਹੜੀਆਂ ਆ ਰਹੀਆਂ ਨੇ, ਕਿਹੜੇ-ਕਿਹੜੇ ਸਮੱਸਿਆਵਾਂ ਆ ਰਹੀਆਂ ਨੇ, ਠੀਕ ਹੈ। ਇਹ ਜਿਹੜੇ ਪਹਿਲਾਂ ਪ੍ਰੀਵੀਅਸ ਈਅਰ 'ਚ ਆਏ ਹੋਣ ਉਹਨਾਂ ਨੂੰ ਪੱਕਾ ਯਾਦ ਕਰਨਾ। ਤਾਲਮੇਲ ਦੀ ਮਹੱਤਤਾ, ਸਹਿਯੋਗ ਦੀ ਭਾਵਨਾ ਹੁੰਦੀ ਹੈ ਇਹਦੇ ਨਾਲ, ਠੀਕ ਹੈ। ਤਰਤੀਬ, ਗੈਰ ਜ਼ਰੂਰੀ ਖਰਚ ਨੂੰ ਰੋਕਿਆ ਜਾਂਦਾ, ਯੋਗਤਾ ਵਿੱਚ ਵਾਧਾ ਹੁੰਦਾ। ਸੰਚਾਰ, ਇਹ ਤਾਂ ਈਜ਼ੀ ਟੌਪਿਕ ਹੈ, ਤੁਸੀਂ ਆਮ ਪੜ੍ਹ ਸਕਦੇ ਹੋ। ਸੰਚਾਰ, ਠੀਕ ਹੈ। ਕਮਿਊਨੀਕੇਸ਼ਨ ਤੇ ਕਮਿਊਨੀਕੇਸ਼ਨ ਸ਼ਬਦ ਦੀ ਉਤਪਤੀ ਲੈਟਿਨ ਭਾਸ਼ਾ ਦੇ ਸ਼ਬਦ ਕਮਿਊਨਸ ਤੋਂ ਹੋਈ ਹੈ, ਜਿਹਦਾ ਅਰਥ ਹੈ ਸਮਾਨ। ਤੇ ਇਸ ਤਰ੍ਹਾਂ ਸੰਚਾਰ ਦਾ ਸ਼ਾਬਦਿਕ ਅਰਥ ਹੈ ਕਿ ਸਮਾਨ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ। ਇਹਦੀ ਪਰਿਭਾਸ਼ਾ ਮੈਂ ਅੱਗੇ ਸੰਚਾਰ ਦੇ ਪ੍ਰਕਾਰ ਕਿਹੜੇ ਨੇ, ਰਸਮੀ ਤੇ ਗੈਰ ਰਸਮੀ, ਠੀਕ ਹੈ। ਇਹਨਾਂ ਦੇ ਵਿੱਚ ਸਾਧਨ ਸੁਣਨ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਸਿਰਫ ਆਪਾਂ ਸੁਣ ਸਕਦੇ ਹਾਂ, ਦੇਖਣ ਵਾਲੇ ਜਿਹਨਾਂ ਨੂੰ ਆਪਾਂ ਦੇਖ ਸਕਦੇ ਹਾਂ। ਸੁਣਨ ਤੇ ਦੇਖਣ ਵਾਲੇ ਇੱਕ ਜਿਹੜੇ ਉਹ ਹੁੰਦੇ ਨੇ ਜਿਹਨਾਂ ਨੂੰ ਆਪਾਂ ਸੁਣ ਵੀ ਸਕਦੇ ਹਾਂ ਤੇ ਦੇਖ ਵੀ ਸਕਦੇ ਹਾਂ, ਜਿਵੇਂ ਫਿਲਮਾਂ, ਟੈਲੀਵਿਜ਼ਨ, ਸਲਾਈਡਾਂ। ਪ੍ਰਭਾਵੀ ਸੰਚਾਰ ਦੇ ਮਾਰਗ ਵਿੱਚ ਮੁਸ਼ਕਲਾਂ ਕਿਹੜੀਆਂ-ਕਿਹੜੀਆਂ ਆ ਰਹੀਆਂ ਨੇ, ਠੀਕ ਹੈ। ਇਹ ਪਹਿਲੀ ਰੁਕਾਵਟ ਭਾਸ਼ਾ ਦੀ ਆਕਾਰ ਉਤੇ ਸੰਚਾਰ ਦੀ ਸਰਲਤਾ ਤੇ ਕਠਿਨਾਈ ਨਿਰਭਰ ਕਰਦੀ ਹੈ, ਠੀਕ ਹੈ। ਜਦ ਸੰਚਾਰ ਦੀ ਇੱਛਾ ਹੀ ਨਾ ਤੇ ਰੁਕਾਵਟਾਂ ਪੈਦਾ ਹੋਣਾ। ਇਹ ਕਿਹੜੇ-ਕਿਹੜੇ ਰੁਕਾਵਟਾਂ ਆ ਰਹੀਆਂ ਨੇ। ਅੱਗੇ ਜ਼ਰੂਰੀ ਗੱਲਾਂ ਕਿਹੜੇ-ਕਿਹੜੇ ਹੋਣੇ ਚਾਹੀਦੇ ਨੇ, ਸ਼ਰਤਾਂ, ਠੀਕ ਹੈ। ਨੈਕਸਟ ਕਾਨੂੰਨ ਦੇ ਸ਼ਾਸਨ ਦਾ ਅਰਥ ਕੀ ਹੈ। ਹਾਂਜੀ, ਕਾਨੂੰਨ ਦੇ ਸ਼ਾਸਨ ਦਾ ਅਰਥ ਕੀ ਹੈ ਕਿ ਸਰਕਾਰ ਦੀਆਂ ਸ਼ਕਤੀਆਂ ਕਾਨੂੰਨ ਰਾਹੀਂ ਸੀਮਤ ਨੇ। ਕਾਨੂੰਨ ਦੇ ਸ਼ਾਸਨ ਦਾ ਅਰਥ ਕੀ ਹੈ ਕਿ ਸਰਕਾਰ ਦੀਆਂ ਜਿਹੜੀਆਂ ਸ਼ਕਤੀਆਂ ਨੇ ਉਹ ਕਾਨੂੰਨ ਰਾਹੀਂ ਸੀਮਤ ਨੇ ਤੇ ਜਨਤਾ ਤੇ ਕਾਨੂੰਨ ਦਾ ਰਾਜ ਹੈ, ਨਾ ਕਿ ਕਿਸੇ ਵਿਅਕਤੀ ਦੀ ਮਰਜ਼ੀ ਹੈ, ਠੀਕ ਹੈ। ਭਾਵ ਕਿ ਜਨਤਾ ਤੇ ਕਾਨੂੰਨ ਦਾ ਹੀ ਰਾਜ ਆ, ਨਾ ਕਿ ਕਿਸੇ ਵਿਅਕਤੀ ਦੀ ਮਨਮਰਜ਼ੀ ਹੈ। ਆਪਾਂ ਕਹਿ ਸਕਦੇ ਕਿ ਕਾਨੂੰਨ ਦਾ ਅਰਥ ਦੇਸ਼ ਦੇ ਵਿੱਚ ਕਾਨੂੰਨ ਸਰਵਉੱਚ ਹੈ ਤੇ ਕਾਨੂੰਨ ਦੇ ਉੱਤੇ ਕੋਈ ਨਹੀਂ ਹੈਗਾ। ਭਾਵ ਕਿ ਕਾਨੂੰਨ ਹੈ, ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈ, ਠੀਕ ਹੈ। ਅੱਗੇ ਹੈ ਅਵਿਸ਼ਵਾਸ ਮਤੇ ਦਾ ਕੀ ਅਰਥ ਹੈ। ਹਾਂਜੀ, ਅਵਿਸ਼ਵਾਸ ਫਾਈਨਰ ਦੇ ਅਨੁਸਾਰ ਵਿਧਾਨ ਮੰਡਲ ਦਾ ਮੁੱਖ ਕੰਮ ਕੀ ਹੈ, ਜਨਤਾ ਦੀ ਇੱਛਾ ਨੂੰ ਪ੍ਰਗਟ ਕਰਨਾ ਤੇ ਕਾਨੂੰਨ ਦਾ ਨਿਰਮਾਣ ਕਰਨਾ, ਪ੍ਰਸ਼ਾਸਨ ਕੰਟਰੋਲ ਰੱਖਣਾ। ਤੇ ਭਾਰਤ ਦੇ ਵਿੱਚ ਸੰਸਦ ਦੇ ਵੱਖ-ਵੱਖ ਢੰਗਾਂ ਨਾਲ ਲੋਕ ਪ੍ਰਸ਼ਾਸਨ ਉੱਤੇ ਕੰਟਰੋਲ ਕਰਦੀ ਹੈ ਤੇ ਵਿਰੋਧੀ ਦਲ ਲੋਕ ਪ੍ਰਸ਼ਾਸਨ ਦੇ ਜਿਹੜੇ ਅਸਫਲਤਾਵਾਂ ਦੇ ਕਾਰਨ ਸਰਕਾਰ ਦੇ ਪ੍ਰਤੀ ਅਵਿਸ਼ਵਾਸ ਦਾ ਪ੍ਰਸਤਾਵ ਵਿਧਾਨ ਮੰਡਲ ਦੇ ਵਿੱਚ ਪੇਸ਼ ਕਰਦੇ ਨੇ, ਠੀਕ ਹੈ। ਵਿਰੋਧੀ ਦਲ ਲੋਕ ਪ੍ਰਸ਼ਾਸਨ ਦੀ ਜੇ ਅਸਫਲ ਹੋ ਰਿਹਾ ਹੋ ਤਾਂ ਉਹਦੇ ਅਸਫਲਤਾ ਦੇ ਕਾਰਨ ਸਰਕਾਰ ਦੇ ਪ੍ਰਤੀ ਅਵਿਸ਼ਵਾਸ ਦਾ ਪ੍ਰਸਤਾਵ ਆ ਜਿਹੜੇ ਵਿਧਾਨ ਮੰਡਲ ਦੇ ਵਿੱਚ ਪੇਸ਼ ਕੀਤਾ ਜਾਂਦਾ, ਵਿਧਾਨ ਪਾਲਿਕਾ ਦੇ ਵਿੱਚ, ਜਿਹਦੇ ਮਾਧਿਅਮ ਨਾਲ ਲੋਕ ਪ੍ਰਸ਼ਾਸਨ ਨੂੰ ਨਿਯੰਤਰਣ ਕੀਤਾ ਜਾਂਦਾ। ਅੱਗੇ ਹੈ ਪ੍ਰਸ਼ਾਸਨ ਦੇ ਨਿਆਇਕ ਕੰਟਰੋਲ ਦੇ ਢੰਗ, ਠੀਕ ਹੈ। 2 ਨੁਕਤੇ। ਨਿਆਂਪਾਲਿਕਾ ਵੱਲੋਂ ਸਰਕਾਰੀ ਕਰਮਚਾਰੀ ਦੇ ਕੰਮਾਂ ਵਿੱਚ ਦਖਲਅੰਦਾਜ਼ੀ ਕਰਕੇ ਕਾਨੂੰਨ ਦੀ ਵਿਆਖਿਆ ਕਰਕੇ ਸਰਕਾਰ ਦੇ ਵਿਰੁੱਧ ਮੁਕੱਦਮਾ, ਪ੍ਰਸ਼ਾਸਕੀ ਸੱਤਾ ਵਿਰੁੱਧ ਅਪੀਲ, ਠੀਕ ਹੈ। 49 ਕਿਹੜੇ-ਕਿਹੜੇ ਨੇ, 49 ਭਾਵ ਕਿ ਕਮੀਆਂ ਕਿਹੜੀਆਂ-ਕਿਹੜੀਆਂ ਨੇ, ਰੀਡ ਕਰ ਲੈਣਾ ਤੁਸੀਂ। ਤੇ ਅੱਗੇ ਹੈਗਾ ਸੌਂਪੀ ਕਾਨੂੰਨ ਸਾਜ਼ੀ, ਸੌਂਪੀ ਕਾਨੂੰਨ ਸਾਜ਼ੀ ਤੋਂ ਕੀ ਭਾਵ ਹੈ, ਠੀਕ ਹੈ। ਡੈਲੀਗੇਟਡ ਲੈਜਿਸਲੇਸ਼ਨ, ਹਾਂਜੀ, ਇਹਦੇ ਵਾਧੇ ਦੇ ਕਾਰਨ ਸੌਂਪੀ ਕਾਨੂੰਨ ਸਾਜ਼ੀ ਉਹ ਨਿਯਮ ਹੁੰਦੇ ਨੇ ਜਿਹੜੇ ਵਿਧਾਨ ਪਾਲਿਕਾ ਦੇ ਕਾਨੂੰਨ ਦੇ ਅਧੀਨ ਬਣਾਏ ਜਾਂਦੇ ਨੇ। ਵਿਧਾਨ ਪਾਲਿਕਾ ਦੇ ਕਾਨੂੰਨ ਜਿਹੜੇ ਕਾਨੂੰਨ ਨੇ ਉਹਨਾਂ ਦੇ ਅਧੀਨ ਬਣਾਏ ਜਾਂਦੇ ਨੇ ਤੇ ਕਾਰਜਪਾਲਿਕਾ ਜਾਂ ਕੋਈ ਅਧਿਕਾਰੀ ਇਸ ਵਿਵਸਥਾ ਦੇ ਅਧੀਨ ਨਾ ਤਾਂ ਆਪ ਨਿਯਮ ਬਣਾ ਸਕਦਾ ਤੇ ਨਾ ਹੀ ਆਪ ਨਿਯਮ ਬਣਾਉਣ ਦੀ ਸ਼ਕਤੀ ਕਿਸੇ ਹੋਰ ਨੂੰ ਸੌਂਪ ਸਕਦਾ, ਠੀਕ ਹੈ। ਆਪਾਂ ਕਹਿ ਸਕਦੇ ਕਿ ਇਹ ਇੱਕ ਉਪ ਵਿਧਾਨਿਕ ਸ਼ਕਤੀ ਹੈ ਜਿਹਦਾ ਪ੍ਰਯੋਗ ਜਿਹੜੇ ਉਹਦੇ ਅਧੀਨ ਕਰਮਚਾਰੀ ਨੇ ਜਾਂ ਉਹਦੇ ਅੰਦਰ ਜਿਹੜਾ ਸਟਾਫ ਹੈ ਉਹਦੇ ਦੁਆਰਾ ਕੀਤਾ ਜਾਂਦਾ ਤੇ ਜੋ ਸ਼ਕਤੀ ਆਪ ਵਿਧਾਨ ਪਾਲਿਕਾ ਦੁਆਰਾ ਦਿੱਤੀ ਜਾਂਦੀ ਹੈ ਤੇ ਇਸ ਸ਼ਕਤੀ ਦੀ ਵਰਤੋਂ ਆਮ ਤੌਰ 'ਤੇ ਸੰਸਾਰ ਦੇ ਸਾਰੇ ਦੇਸ਼ਾਂ ਵਿੱਚ ਕੀਤੀ ਜਾਂਦੀ ਹੈ। ਵਾਧੇ ਦੇ ਕਾਰਨ ਵਿਧਾਨ ਪਾਲਿਕਾ ਦੇ ਕਰਤੱਵਾਂ ਦੇ ਵਿੱਚ ਵਾਧਾ, ਜਟਿਲ ਸਮੱਸਿਆਵਾਂ ਨਾਲ ਸੰਬੰਧਿਤ ਕਾਨੂੰਨ, ਪ੍ਰਭਾਵਿਤ ਹਿੱਤਾਂ ਨਾਲ ਸਲਾਹ, ਪ੍ਰਸ਼ਾਸਕੀ ਪ੍ਰਸ਼ਾਸਕੀ ਸਥਿਤੀ ਦੀਆਂ ਜ਼ਰੂਰਤਾਂ ਦਾ ਚੰਗਾ ਗਿਆਤਾ। ਸੋ ਇਹ ਸੀ ਤੁਹਾਡੇ ਕੁਐਸਚਨ ਸ਼ਾਰਟ। ਥੈਂਕਸ।